ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਿ ਸੱਚੇ ਗੁਰੂ ਤੋਂ ਬਿਨਾ ਹੋਰ ਜੋ ਵੀ ਬਾਣੀ ਹੈ, ਜੋ ਵੀ ਬੋਲ ਨੇ, ਉਹ ਕੱਚੇ ਨੇ। ਸਤਿਗੁਰੂ ਦੇ ਕੋਲ ਕੀ ਹੈ? ਯੂਨੀਵਰਸਲ ਟਰੁੱਥ। ਜਿਹੜੀ ਚੀਜ਼ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੀ ਨਹੀਂ ਉਤਰਦੀ, ਉਹ ਕੱਚੀ ਹੈ। ਜਿਹੜੀ ਵੀ ਚੀਜ਼ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਉਹ ਕੱਚੀ ਹੈ। ਉਹਦਾ ਬੇਸ ਜਿਹੜਾ ਹੈ ਉਹ ਫੋਕਾ ਹੈ, ਉਹ ਪੂਰਾ ਨਹੀਂ ਉਸ ਦੇ ਉੱਤੇ ਪੂਰੀ ਉਤਰਦੀ, ਸੱਚ ਦੇ ਨਾਲ ਨਹੀਂ ਜੁੜਦੀ। ਗੁਰੂ ਦੇ ਕੋਲ ਯੂਨੀਵਰਸਲ ਟਰੁੱਥ ਹੈ। ਜਿਵੇਂ ਅਸੀਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਦਿ ਜੁਗਾਦੀ ਹੈ, ਸਰਬ ਸਾਂਝੀ ਹੈ, ਸਰਬ ਕਾਲੀ ਹੈ ਔਰ ਸਰਬਦੇਸ਼ੀ ਹੈ। ਯਾਨੀ ਗੁਰਬਾਣੀ ਦੇ ਸਿਧਾਂਤ ਪਹਿਲਾਂ ਵੀ ਸੱਚ ਸਨ, ਅੱਜ ਵੀ ਸੱਚ ਨੇ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹਿਣਗੇ। ਜੋ ਗੁਰਬਾਣੀ ਦੇ ਅੰਦਰ ਜੀਵਨ ਜਾਚ ਦਿੱਤੀ ਗਈ ਹੈ, ਉਸ ਜੀਵਨ ਜਾਚ ਨੂੰ ਹਰ ਇਨਸਾਨ ਇਸਤਰੀ ਪੁਰਸ਼ ਅਪਣਾ ਸਕਦਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਪੜ੍ਹੇ, ਅਨਪੜ੍ਹ, ਰਾਜਾ, ਪ੍ਰਜਾ, ਬੱਚੀ, ਬੱਚੇ, ਜਵਾਨ, ਇਸਤਰੀ ਪੁਰਸ਼, ਹਰ ਬੰਦਾ ਅਪਣਾ ਸਕਦਾ ਹੈ। ਔਰ ਇਹ ਐਸੀ ਜੀਵਨ ਜਾਚ ਹੈ ਜਿੱਥੇ ਵੀ ਕਿਤੇ ਸੰਸਾਰ ਵਿੱਚ ਮਨੁੱਖ ਮਾਤਰ ਹੈ, ਉੱਥੇ ਇਹ ਅਪਣਾਈ ਜਾ ਸਕਦੀ ਹੈ। ਉਹਨੂੰ ਅਸੀਂ ਸੱਚ ਕਹਿ ਸਕਦੇ ਹਾਂ, ਜੋ ਹਰ ਇਨਸਾਨ ਦੇ ਉੱਤੇ ਪੂਰੀ ਚੀਜ਼ ਉਤਰਦੀ ਹੋਵੇ, ਹਰ ਇਨਸਾਨ ਉਹਨੂੰ ਅਪਣਾ ਸਕਦਾ ਹੋਵੇ ਔਰ ਪ੍ਰੈਕਟੀਕਲ ਕੀਤਿਆਂ ਵੀ ਉਹ ਚੀਜ਼ ਪੂਰੀ ਉਤਰ ਸਕਦੀ ਹੋਵੇ, ਉਹਨੂੰ ਅਸੀਂ ਕਹਿੰਦੇ ਆ ਸੱਚ। ਕਈ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਬੋਲਦੇ ਹਾਂ ਪਰ ਪ੍ਰੈਕਟੀਕਲ ਕਰਨ ਦੇ ਵਿੱਚ ਨਹੀਂ ਆਉਂਦੀਆਂ। ਜਿਵੇਂ ਮਿਸਾਲ ਵਜੋਂ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਕਈ ਥਾਵਾਂ ਤੇ ਤਮਾਸ਼ਾ ਵਿਖਾਉਣ ਵਾਲੇ ਆਉਂਦੇ ਨੇ, ਉਹ ਸਾਨੂੰ ਪੈਸੇ ਬਣਾ ਕੇ ਵਿਖਾ ਦਿੰਦੇ ਨੇ, ਕਦੇ ਕਬੂਤਰ ਤੇ ਕਦੇ ਕੱਪੜੇ ਕੱਢ ਕੇ ਸਾਨੂੰ ਵਿਖਾ ਦਿੰਦੇ ਨੇ, ਪਰ ਉਹ ਗੱਲ ਸੱਚ ਨਹੀਂ ਹੁੰਦੀ। ਉਹ ਜੇ ਪ੍ਰੈਕਟੀਕਲ ਕਰੀਏ ਤੇ ਉਹ ਪੂਰੀ ਨਹੀਂ ਉਤਰਦੀ, ਕਿਉਂਕਿ ਉਹ ਇੱਕ ਚਲਾਕੀ ਹੈ, ਉਹ ਇੱਕ ਛਲਾਵਾ ਹੈ, ਹੱਥ ਦੀ ਸਫਾਈ ਹੈ। ਪਰ ਜੇ ਪ੍ਰੈਕਟੀਕਲ ਦੇ ਅੰਦਰ ਕੀਤੀ ਜਾਏ ਤੇ ਉਹ ਨਹੀਂ ਹੋ ਸਕੇਗਾ। ਤਾਂ ਸੱਚ ਉਹ ਚੀਜ਼ ਹੁੰਦੀ ਹੈ ਜੋ ਪ੍ਰੈਕਟੀਕਲ ਕੀਤਿਆਂ ਵੀ ਪੂਰਾ ਉਤਰਿਆ। ਇਹ ਚੀਜ਼ ਨੂੰ ਥੋੜਾ ਜਿਹਾ ਅਸਾਂ ਸਮਝਣਾ ਹੈ। ਪਹਿਲਾਂ ਅਸੀਂ ਕਹਿੰਦੇ ਸਾਂ ਕਿ ਅਸੀਂ ਕਿਸ ਤੋਂ ਗੱਲ ਸੁਣੀ ਹੈ, ਮੈਂ ਸੁਣੀ ਹੈ, ਤੇ ਉਹ ਗੱਲ ਸੱਚੀ ਹੈ। ਲੇਕਿਨ ਅੱਗੇ ਚੱਲ ਕੇ ਇਹ ਚੀਜ਼ ਨੂੰ ਮੰਨਣਾ ਲੋਕਾਂ ਨੇ ਮਨਾ ਕਰ ਦਿੱਤਾ ਕਿ ਸੁਣੀ ਸੁਣਾਈ ਗੱਲ ਜਿਹੜੀ ਹੈ ਉਹ ਸੱਚੀ ਨਹੀਂ ਹੁੰਦੀ, ਉਹ ਝੂਠੀ ਹੋ ਸਕਦੀ। ਫਿਰ ਸੱਚ ਨੂੰ ਪਰਖਣ ਦਾ ਦੂਜਾ ਜਿਹੜਾ ਸੀ ਨਿਯਮ ਲਾਗੂ ਹੋਇਆ ਕਿ ਅੱਖੀਂ ਵੇਖੀ ਹੋਈ ਚੀਜ਼ ਉਹ ਸੱਚੀ ਹੁੰਦੀ ਹੈ। ਹੁਣ ਕਈ ਵਾਰ ਐਸਾ ਹੁੰਦਾ ਹੈ ਕਿ ਬੰਦਾ ਕਹਿੰਦਾ ਕਿ ਇਹ ਚੀਜ਼ ਮੈਂ ਅੱਖੀਂ ਦੇਖ ਕੇ ਆਇਆ, ਪਰ ਅੱਜ ਇਹ ਚੀਜ਼ ਵੀ ਗਲਤ ਹੋ ਗਈ। ਅੱਖੀਂ ਦੇਖੀ ਹੋਈ ਚੀਜ਼ ਵੀ ਗਲਤ ਹੋ ਸਕਦੀ ਹੈ, ਉਹਦੇ ਅੰਦਰ ਵੀ ਸੰਭਾਵਨਾ ਹੈ। ਇਹ ਨਹੀਂ ਕਿ ਹਰ ਚੀਜ਼ ਗਲਤ ਹੋ ਜਾਏਗੀ, ਲੇਕਿਨ ਅੱਖੀਂ ਦੇਖੀ ਹੋਈ ਚੀਜ਼ ਵੀ ਗਲਤ ਹੋ ਸਕਦੀ ਹੈ, ਭੁਲੇਖਾ ਪੈ ਸਕਦਾ ਹੈ। ਜਿਵੇਂ ਰਾਤ ਨੂੰ ਰੱਸੀ ਪਈ ਹੋਵੇ ਤੇ ਸਾਨੂੰ ਕਈ ਵਾਰ ਸੱਪ ਦਾ ਭੁਲੇਖਾ ਪੈ ਜਾਂਦਾ, ਤੇ ਜੇ ਅਸੀਂ ਕਹੀਏ ਮੈਂ ਅੱਖੀਂ ਦੇਖ ਕੇ ਆਇਆ ਉੱਥੇ ਏਡਾ ਵੱਡਾ ਸੱਪ ਪਿਆ ਹੈ ਰਾਤ ਨੂੰ, ਅੱਖੀਂ ਤਾਂ ਦੇਖਿਆ ਪਰ ਜਦੋਂ ਚਾਨਣ ਕਰਕੇ ਦੇਖਾਂਗੇ ਸੱਪ ਨਹੀਂ ਹੋਏਗਾ। ਤੁਸੀਂ ਰੇਗਿਸਤਾਨ ਵਿੱਚ ਜਾਓ ਤਾਂ ਜਦੋਂ ਗਰਮੀ ਹੁੰਦੀ ਹੈ ਨਾ, ਗਰਮੀ ਦੇ ਵਿੱਚ ਸੂਰਜ ਦੀ ਗਰਮੀ ਦੇ ਨਾਲ ਰੇਤਾ ਤਪਦਾ ਹੈ, ਤੇ ਰੇਤਾ ਤਪਣ ਦੇ ਨਾਲ ਕਈ ਵਾਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਧਰਤੀ ਨਾਲ ਟਕਰਾਉਣ ਤੋਂ ਪਹਿਲਾਂ ਹੀ 1 ਇੰਚ ਉਤਾਂ ਵਾਪਸ ਪਰਤ ਜਾਂਦੀਆਂ ਨੇ, ਤੇ ਉੱਥੇ ਥੱਲੇ ਹਨੇਰਾ ਪ੍ਰਤੀਤ ਹੁੰਦਾ ਹੈ, ਤੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਾਣੀ ਦਾ ਸਰੋਵਰ ਹੈ। ਦੂਰੋਂ ਵੇਖੀਏ ਨਾ, ਪਾਣੀ ਦੀਆਂ ਲਹਿਰਾਂ ਦਿਸਦੀਆਂ ਨੇ। ਤੇ ਜੇ ਕੋਈ ਹੁਣ ਜਾ ਕੇ ਕਹੇ ਕਿ ਮੈਂ ਖੁਦ ਅੱਖਾਂ ਦੇ ਨਾਲ ਵੇਖ ਕੇ ਆਇਆ, ਉੱਥੇ ਪਾਣੀ ਦਾ ਸਰੋਵਰ ਭਰਿਆ ਹੋਇਆ ਹੈ, ਦਿਸ ਤੇ ਰਿਹਾ, ਅੱਖਾਂ ਨਾਲ ਦਿਸ ਰਿਹਾ, ਪਰ ਜਦੋਂ ਅਸੀਂ ਨੇੜੇ ਜਾਂਦੇ ਹਾਂ ਉੱਥੇ ਹੁੰਦਾ ਨਹੀਂ, ਯਾਨੀ ਭੁਲੇਖਾ ਲੱਗ ਸਕਦਾ ਨਾ। ਅਸੀਂ ਖੇਲ ਦੇਖ ਕੇ ਆਉਂਦੇ ਹਾਂ ਤੇ ਉਹ ਇੰਜ ਲੱਗਦਾ ਹੈ ਕਿ ਜਿਵੇਂ ਦੇ ਬਾਜੀਗਰ ਨੇ ਜਾਂ ਤਮਾਸ਼ਾ ਵਿਖਾਉਣ ਵਾਲੇ ਜਾਦੂਗਰ ਨੇ ਬੱਚੇ ਦਾ ਸਿਰ ਵੱਢ ਦਿੱਤਾ ਹੈ, ਤੇ ਅਸੀਂ ਕਹਿੰਦੇ ਯਾਰ ਮੈਂ ਅੱਖਾਂ ਨਾਲ ਦੇਖ ਕੇ ਆਇਆ, ਉਹਨੇ ਸਿਰ ਵੱਢ ਕੇ ਜੋੜਿਆ, ਪਰ ਵਾਸਤਵ ਵਿੱਚ ਜੋੜਿਆ ਨਹੀਂ ਹੁੰਦਾ। ਉਹ ਇੱਕ ਚਲਾਕੀ ਹੁੰਦੀ ਹੈ, ਉਹ ਇੱਕ ਟ੍ਰਿਕ ਹੁੰਦੀ ਹੈ। ਤਾਂ ਇਹਦਾ ਮਤਲਬ ਅੱਖਾਂ ਦੇ ਨਾਲ ਦੇਖੀ ਹੋਈ ਚੀਜ਼ ਵੀ ਗਲਤ ਹੋ ਸਕਦੀ ਹੈ, ਸੰਭਾਵਨਾ ਹੈ। ਹੁਣ ਅੱਜ ਸੱਚ ਨੂੰ ਪਰਖਣ ਦੀ ਤੀਜੀ ਚੀਜ਼ ਹੈ ਕਿ ਉਹਨੂੰ ਪ੍ਰੈਕਟੀਕਲ ਕੀਤਾ ਜਾਏ।
ਕਿ ਉਹ ਪ੍ਰੈਕਟੀਕਲ ਕੀਤਿਆਂ ਵੀ ਉਹੀ ਚੀਜ਼ ਨਿਕਲਦੀ ਹੈ ਜੋ ਪ੍ਰੈਕਟੀਕਲ ਦੇ ਵਿੱਚ ਪੂਰੀ ਹੋਵੇ, ਉਹਨੂੰ ਅਸੀਂ ਸੱਚ ਕਹਿ ਸਕਦੇ ਹਾਂ। ਕਿਉਂਕਿ ਜਿਵੇਂ ਬੋਲਿਆ ਹੈ ਉਵੇਂ ਵੇਖਿਆ ਹੈ, ਤੇ ਉਹਨੂੰ ਵਿਹਾਰ ਦੇ ਵਿੱਚ ਪਰਖ ਕੇ ਵੇਖਿਆ ਤਾਂ ਵੀ ਉਹ ਪੂਰੀ ਉਤਰੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਗੁਰੂ ਦੇ ਗਿਆਨ ਤੋਂ ਬਿਨਾ ਜੋ ਹੋਰ ਬਾਕੀ ਗੱਲਾਂ ਨੇ ਉਹ ਕੱਚੀਆਂ ਨੇ, ਕਿਉਂਕਿ ਉਹ ਪਰਖ ਵਿੱਚ ਪੂਰੀਆਂ ਨਹੀਂ ਉਤਰਦੀਆਂ। ਗੁਰੂ ਦੀ ਪਾਵਨ ਬਾਣੀ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੀ ਉਤਰਦੀ ਹੈ। ਜੋ ਯੂਨੀਵਰਸਲ ਟਰੁੱਥ ਉੱਤੇ ਪੂਰੀ ਉਤਰਦੀ ਹੈ, ਉਸ ਚੀਜ਼ ਨੂੰ ਸੱਚ ਕਿਹਾ ਜਾ ਸਕਦਾ ਹੈ। ਤਾਂ ਜਿਹੜੀ ਚੀਜ਼ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਉਹ ਚੀਜ਼ ਕੱਚੀ ਹੈ। ਗੁਰੂ ਦੇ ਗਿਆਨ ਤੋਂ ਬਿਨਾ ਜਿਹੜੀ ਬਾਕੀ ਬੋਲ ਬੁਲਾਰੇ ਨੇ ਉਹ ਕੱਚੇ ਨੇ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਦੁਬਾਰਾ ਫਿਰ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਗਿਆਨ ਤੋਂ ਬਿਨਾ ਇਹ ਜੋ ਬਾਣੀ ਹੈ, ਜੋ ਬੋਲ ਬੁਲਾਰੇ ਨੇ, ਉਹ ਬਿਲਕੁਲ ਕੱਚੇ ਨੇ, ਯਾਨੀ ਪਰਖ ਤੇ ਪੂਰੇ ਉਤਰਨ ਵਾਲੇ ਨਹੀਂ ਹਨ। ਉਹਨਾਂ ਦਾ ਸਾਡੇ ਜੀਵਨ ਦੇ ਅੰਦਰ ਕੋਈ ਲਾਭ ਨਹੀਂ ਹੈ। ਉਹਨਾਂ ਬੋਲ ਬੁਲਾਰਿਆਂ ਦੇ ਨਾਲ ਆਤਮਿਕ ਜੀਵਨ ਨਹੀਂ ਘੜਿਆ ਜਾ ਸਕਦਾ। ਉਹਨਾਂ ਬੋਲ ਬੁਲਾਰਿਆਂ ਦੇ ਨਾਲ ਕਦੇ ਵੀ ਬੰਦਾ ਵਿਕਾਸ ਨਹੀਂ ਕਰ ਸਕਦਾ। ਜਿਹੜੀ ਚੀਜ਼ ਪ੍ਰੈਕਟੀਕਲ ਵਿੱਚ ਪੂਰੀ ਹੀ ਨਹੀਂ ਉਤਰਨੀ, ਉਹਦੇ ਨਾਲ ਜੀਵਨ ਦਾ ਵਿਕਾਸ ਨਹੀਂ ਹੋਏਗਾ, ਆਤਮਿਕ ਜੀਵਨ ਪੈਦਾ ਨਹੀਂ ਹੋਏਗਾ, ਖੁਸ਼ੀਆਂ ਪੈਦਾ ਨਹੀਂ ਹੋਣਗੀਆਂ, ਆਨੰਦ ਪੈਦਾ ਨਹੀਂ ਹੋਏਗਾ। ਤਾਂ ਗੁਰਦੇਵ ਪਾਤਸ਼ਾਹ ਅਗਲਾ ਬਚਨ ਕਰਦੇ ਨੇ, ਕਹਿੰਦੇ ਕੱਚੇ। ਜਿਹੜੇ ਗੁਰੂ ਦੀ ਬਾਣੀ ਤੋਂ ਯਾਨੀ ਸੱਚੇ ਗਿਆਨ ਤੋਂ ਬਿਨਾ ਕਹਿੰਦੇ ਨੇ, ਇਸ ਚੀਜ਼ ਨੂੰ ਪਰਖਣ ਤੋਂ ਬਿਨਾ ਕਿ ਇਹ ਚੀਜ਼ ਯੂਨੀਵਰਸਲ ਟਰੁੱਥ ਤੇ ਪੂਰੀ ਉਤਰਦੀ ਹੈ ਕਿ ਨਹੀਂ, ਤੇ ਜਿਹੜੀ ਚੀਜ਼ ਬ੍ਰਹਿਮੰਡੀ ਸੱਚ ਉੱਤੇ ਪੂਰੀ ਨਹੀਂ ਉਤਰ ਰਹੀ, ਤੇ ਜੇ ਕੋਈ ਬੰਦਾ ਉਹਨੂੰ ਕਹਿ ਰਿਹਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਕਹਿੰਦੇ ਕੱਚੇ। ਉਹ ਜੋ ਕਹਿਣ ਵਾਲੇ ਨੇ ਉਹ ਕੱਚੇ ਨੇ, ਮੀਨਸ ਕਿ ਉਹਨਾਂ ਦਾ ਜਿਹੜਾ ਜੀਵਨ ਹੈ, ਜਾਂ ਉਹਨਾਂ ਦਾ ਜੋ ਬੋਲ ਬੁਲਾਰਾ ਹੈ, ਜਾਂ ਉਹਨਾਂ ਦੀ ਸੋਚ ਹੈ, ਉਹ ਕੱਚੇ ਨੇ, ਉਹਨਾਂ ਦੇ ਮਨ ਵੀ ਕਮਜ਼ੋਰ ਹੁੰਦੇ ਨੇ। ਵਾਸਤਵ ਦੇ ਵਿੱਚ ਗੱਲ ਠੀਕ ਹੈ। ਹੁਣ ਕਿੰਨੇ ਲੋਕ ਕਹਿ ਰਹੇ ਨੇ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਸਾਨੂੰ ਰੱਬ ਮਿਲ ਜਾਏਗਾ, ਪਰ ਮਿਲਿਆ ਨਹੀਂ ਨਾ, ਤਾਂ ਇਹ ਗੱਲ ਕੱਚੀ ਹੈ। ਕਿੰਨੇ ਲੋਕ ਕਹਿ ਰਹੇ ਨੇ ਕਿ ਤਿਆਗ ਕਰੋ ਸੰਸਾਰ ਦਾ, ਬਾਬੇ ਬਣ ਜਾਓ, ਪਰ ਬਾਬੇ ਬਣਿਆ ਸਮਾਜ ਨਹੀਂ ਨਾ ਚੱਲ ਸਕਦਾ। ਜੇ ਹੁਣ ਅਸੀਂ ਸਾਰੇ ਹੀ ਬਾਬੇ ਬਣ ਜਾਈਏ, ਤਾਂ ਫਿਰ ਬਾਬੇ ਬਣਨ ਦੇ ਨਾਲ ਤੇ ਕੰਮ ਚੱਲਣਾ ਨਹੀਂ, ਲੰਗਰ ਕਿੱਥੋਂ ਛਕੋਗੇ? ਖੇਤੀ ਕਰਨੀ ਪੈਗੀ ਨਾ, ਦੁਕਾਨ, ਫੈਕਟਰੀਆਂ, ਕਾਰਖਾਨੇ ਸਾਰੇ ਚਲਾਉਣ ਵਾਲੇ, ਪੁਲਿਸ ਮਿਲਟਰੀ ਵਾਲੇ ਸਾਰੇ ਬਾਬੇ ਬਣ ਜਾਣ, ਟੀਚਰ ਸਟੂਡੈਂਟ ਸਾਰੇ ਬਾਬੇ ਬਣ ਜਾਣ, ਤੇ ਠੂਠੇ ਫੜ ਲੈਣ ਸਾਰੇ, ਤੇ ਕੀ ਸਮਾਜ ਚੱਲੇਗਾ? ਨਹੀਂ ਚੱਲੇਗਾ। ਇਸ ਲਈ ਇਹ ਗੱਲ ਕੱਚੀ ਹੈ। ਗੁਰੂ ਜੀ ਨੇ ਸਾਨੂੰ ਗ੍ਰਸਤੀ ਜੀਵਨ ਦਿੱਤਾ ਹੈ, ਤਾਂ ਗ੍ਰਸਤੀ ਬਣ ਕੇ ਤੁਸੀਂ ਕਿਰਤਕਾਰ ਕਰਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਿਆਂ ਖੁਸ਼ੀ ਮਾਣ ਸਕਦੇ ਹੋ। ਇੱਕ ਸੱਚ ਹੈ, ਅਟਲ ਸੱਚਾਈ। ਮੌਨ ਧਾਰਨ ਕਰ ਲਓ, ਸਮਾਧੀ ਲਾ ਕੇ ਬੈਠੇ ਰਹੋ, ਤੇ ਕੀ ਸਮਾਜ ਚੱਲ ਜਾਏਗਾ? ਸਾਰੇ ਮੌਨ ਧਾਰਨ ਕਰ ਲਓ, ਸਮਾਜ ਨਹੀਂ ਨਾ ਚੱਲਣਾ। ਉਹ ਪਤੀ ਪਤਨੀ ਦੀ ਆਪਸ ਹੋ ਗਈ, ਥੋੜੀ ਲੜਾਈ ਖਟਪਟ ਹੋ ਗਈ, ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ। ਬੋਲਣਾ ਬੰਦ ਕਰ ਦਿੱਤਾ ਤੇ ਪਤੀ ਨੇ ਇੱਕ ਕਾਗਜ਼ ਤੇ ਲਿਖ ਕੇ ਸੌਂ ਗਿਆ, ਤੇ ਪਤਨੀ ਦੇ ਸਾਹਮਣੇ ਰੱਖਿਆ ਵੀ ਸਵੇਰੇ ਮੈਨੂੰ 5 ਵਜੇ ਜਗਾ ਦਵੀਂ, ਕਿ ਮੈਂ ਸਵੇਰੇ 5 ਵਜੇ ਜਾਣਾ ਹੈ ਤੇ ਮੈਨੂੰ 5 ਵਜੇ ਜਗਾ ਦੂੰ। ਪਤਨੀ ਨੇ ਪੜ੍ਹ ਲਿਆ। ਸਵੇਰੇ 5 ਵਜੇ ਤੇ ਪਤੀ ਜਾਗਿਆ ਨਹੀਂ, ਤੇ ਉਹਨੇ ਪਰਚੀ ਤੇ ਲਿਖ ਕੇ ਲਿਖ ਦਿੱਤਾ ਕਿ 5 ਵੱਜ ਗਏ ਨੇ, ਜਾਗ ਜਾਓ, ਤੇ ਪਤੀ ਦੀ ਛਾਤੀ ਤੇ ਧਰ ਦਿੱਤੀ ਚਿੱਠੀ। ਉਹ ਜਾਗਿਆ ਨਹੀਂ, ਉਹਨੇ 5 ਵਜੇ ਫਿਰ ਧਰ ਦਿੱਤੀ ਵੀ 5:05 ਹੋ ਗਏ ਨੇ, ਜਾਗ ਜਾਓ। 10 ਮਿੰਟ ਤੇ ਫਿਰ 5 ਮਿੰਟ ਬਾਅਦ ਰੱਖੀ ਗਈ, ਤੇ 6-7 ਵਜੇ ਤੱਕ ਪਤੀ ਸੁੱਤਾ, ਤੇ ਇੰਨੀਆਂ ਸਾਰੀਆਂ ਉੱਤੇ ਚਿੱਪਾਂ ਸਲਿੱਪਾਂ ਪਈਆਂ, ਤੇ ਪਤੀ ਉੱਠ ਕੇ ਤੇ ਅੱਗ ਬਬੂਲਾ ਕਿ ਤੂੰ ਮੈਨੂੰ ਜਗਾਇਆ ਨਹੀਂ। ਉਹ ਕਹਿੰਦੀ ਮੈਂ ਤੇ ਪਰਚੀਆਂ ਲਿਖ ਲਿਖ ਕੇ ਰੱਖੀਆਂ ਨੇ, ਤੂੰ ਜਾਗਿਆ ਨਹੀਂ, ਮੈਂ ਕੀ ਕਰਾਂ? ਕੀ ਐਵੇਂ ਕੰਮ ਚੱਲ ਸਕਦਾ? ਮੌਨ ਧਾਰਨ ਕੀਤਿਆਂ ਤਾਂ ਇਹ ਗੱਲ ਕੱਚੀ ਹੈ ਨਾ। ਇਸ ਲਈ ਗੁਰੂ ਜੀ ਨੇ ਕਿਹਾ ਹੈ, ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ। ਇਹ ਗੱਲਾਂ ਨੇ ਕੱਚੀਆਂ। ਤਾਂ ਕਹਿੰਦੇ ਕੱਚੇ, ਜਿਹੜੇ ਵੀ ਯੂਨੀਵਰਸਲ ਟਰੁੱਥ ਤੇ ਜਿਹੜੀ ਚੀਜ਼ ਪੂਰੀ ਨਹੀਂ ਉਤਰਦੀ, ਉਹ ਗੱਲ ਕਹਿਣ ਵਾਲੇ ਕੱਚੇ ਨੇ। ਉਹ ਗੱਲਾਂ ਦਾ ਕੋਈ ਲਾਭ ਨਹੀਂ ਹੈ, ਆਤਮਿਕ ਜੀਵਨ ਵਿੱਚ ਕੋਈ ਲਾਭ ਨਹੀਂ ਹੋ ਸਕਦਾ।
ਹੁਣ ਜੇ ਕੋਈ ਬੰਦਾ ਕਹੀ ਜਾਏ ਵੀ ਸਕੂਲ ਦੇ ਚਫੇਰੇ ਚੱਕਰ ਕੱਟੀ ਜਾਓ ਤੇ ਤੁਸੀਂ ਇੰਜੀਨੀਅਰ ਬਣ ਜਾਓਗੇ, ਬਣ ਥੋੜੀ ਜਾਵਾਂਗੇ। ਪਰੌਂਠੇ ਪਰੌਂਠੇ ਕਰੀ ਜਾਓ, ਪਕਾਓ ਨਾ, ਤੇ ਕੱਚੀ ਗੱਲ ਹੈ ਨਾ, ਨਹੀਂ ਬਣਨੇ, ਬਣਾਇਆ ਬਣਨਗੇ। ਕਹਿੰਦੇ ਕੱਚੇ, ਜਿਹੜੇ ਯੂਨੀਵਰਸਲ ਟਰੁੱਥ ਦੇ ਉੱਤੇ ਜੋ ਚੀਜ਼ ਪੂਰੀ ਨਹੀਂ ਉਤਰਦੀ, ਉਹ ਚੀਜ਼ ਕਹਿਣ ਵਾਲੇ ਬੰਦੇ ਕੱਚੇ ਮਨ ਵਾਲੇ ਨੇ, ਉਹਨਾਂ ਦੀਆਂ ਉਹ ਗੱਲਾਂ ਕੱਚੀਆਂ ਪਿੱਲੀਆਂ ਨੇ, ਉਹ ਬੰਦੇ ਵਿਸ਼ਵਾਸਯੋਗ ਨਹੀਂ ਹਨ। ਦੂਜੀ ਗੱਲ ਹੈ ਸੁਣਦੇ ਕੱਚੇ, ਜਿਹੜੇ ਉਹਨਾਂ ਗੱਲਾਂ ਨੂੰ ਸੁਣਦੇ ਨੇ ਉਹ ਵੀ ਕੱਚੇ ਨੇ, ਕਿਉਂਕਿ ਹੁਣ ਜਿਹੜੀ ਚੀਜ਼ ਸੁਣੋਗੇ ਉਵੇਂ ਦੇ ਹੋਗੇ ਨਾ। ਜੇ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ ਤਾਂ ਮੇਰਾ ਵਿਸ਼ਵਾਸ ਵੀ ਹੋਏਗਾ, ਤਾਂ ਉਹ ਵੀ ਕੱਚੇ ਨੇ। ਹੁਣ ਅਸੀਂ ਸੁਣਦੇ ਆਏ ਕਿ ਬਾਬਿਆਂ ਕੋਲੋਂ ਸੇਬ ਲਓ ਤੇ ਬੱਚਾ ਹੋ ਜਾਏਗਾ ਪੈਦਾ, ਮੁੰਡਾ ਹੋਏਗਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਸੁਣਾਈ ਸੀ, ਮੈਂ ਕਿਸੇ ਪ੍ਰਚਾਰਕ ਦੀ ਵੀਰ ਦੀ YouTube ਤੇ ਸੁਣੀ ਸੀ ਕਿ ਕੋਈ ਬੀਬੀ ਇੱਥੋਂ ਨਿਊਜ਼ੀਲੈਂਡ ਗਈ ਹੋਣੀ ਹੈ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਇੱਥੇ ਬਾਬਾ ਜੀ ਦਿੰਦੇ ਨੇ ਵਰ ਤੇ ਉਹਨਾਂ ਦੀ ਅਰਦਾਸ ਨਾਲ ਮੁੰਡਾ ਹੁੰਦਾ। ਉਹ ਬਾਬੇ ਕੋਲ ਗਈ ਤੇ ਬਾਬੇ ਨੇ ਦੇ ਦਿੱਤੇ ਸੇਬ, 2 ਸੇਬ ਦੇ ਦਿੱਤੇ ਤੇ ਉਹ ਮਾਤਾ ਪਹੁੰਚੀ ਨਿਊਜ਼ੀਲੈਂਡ ਤੇ ਹੁਣ ਨਿਊਜ਼ੀਲੈਂਡ ਵਾਲੇ ਅੱਗੇ ਸੇਬ ਲਿਜਾਣ ਨਹੀਂ ਦਿੰਦੇ, ਫਰੂਟ ਜਾਣ ਨਹੀਂ ਦਿੰਦੇ ਨਾ। ਉਹਨਾਂ ਨੇ ਚੈੱਕ ਕੀਤਾ, ਕਹਿੰਦੇ ਬੀਬੀ ਸੇਬ ਤੇ ਨਹੀਂ ਲਿਜਾ ਸਕਦੇ। ਉਹ ਕਹਿਣ ਲੱਗੀ ਤੇ ਮੈਂ ਜ਼ਰੂਰ ਲਿਜਾਣੇ ਨੇ, ਸਾਡੇ ਮਹਾਂਪੁਰਸ਼ਾਂ ਨੇ ਦਿੱਤੇ ਨੇ। ਉਹ ਆਖਿਆ ਵੀ ਤੂੰ ਹੋਰ ਖਰੀਦ ਲਈ ਉੱਥੋਂ, ਕਹਿਣ ਲੱਗੀ ਨਾ ਇਹ ਤੇ ਮੈਂ ਆਪਣੀ ਨੂੰਹ ਨੂੰ ਖਵਾਣੇ ਨੇ। ਉਹ ਕਹਿੰਦੇ ਵੀ ਨੂੰਹ ਨੂੰ ਕਿਉਂ ਖਵਾਣੇ ਨੇ, ਕਹਿਣ ਲੱਗੇ ਵੀ ਇਹਦੇ ਨਾਲ ਤੇ ਬੇਬੀ ਹੋਏਗਾ। ਹੁਣ ਉਹ ਵੀ ਹੈਰਾਨ ਵੀ ਉਹ ਜੋ ਕਿਹੜਾ ਸਾਇੰਟਿਸਟ ਪੈਦਾ ਹੋ ਗਿਆ ਜਿਹੜਾ ਸੇਬਾਂ ਦੇ ਨਾਲ ਬੇਬੀ ਪੈਦਾ ਕਰੇ। ਉਹਨਾਂ ਨੇ ਕਿਹਾ, ਬੀਬੀ ਕਹਿੰਦੀ ਮੈਂ ਤੇ ਜਾਣਾ ਨਹੀਂ, ਸੇਬ ਲੈ ਕੇ ਜਾਣੇ ਨੇ। ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਚਲੋ ਇੰਝ ਕਰੋ ਵੀ ਸੇਬ ਨਹੀਂ ਜਾਣ ਦੇਣੇ ਤੇ ਨੂੰਹ ਨੂੰ ਇੱਥੇ ਸੱਦ ਲਓ ਵੀ ਇੱਥੇ ਖਵਾ ਦੋ। ਉਹਨਾਂ ਨੇ ਨੂੰਹ ਨੂੰ ਸੱਦ ਲਿਆ, ਉਹ ਮੰਨ ਗਈ ਬੇਬੇ। ਉਹ ਫਿਰ ਉਹਨਾਂ ਨੇ ਸੋਚਿਆ ਯਾਰ ਇਹਨਾਂ ਸੇਬਾਂ ਦੇ ਵਿੱਚ ਕੋਈ ਗੜਬੜ ਨਾ ਹੋਏ, ਵੀ ਮਤੇ ਨੂੰਹ ਖਾਏ ਤੇ ਬਿਮਾਰ ਹੋ ਜਾਏ। ਫਿਰ ਫੈਸਲਾ ਕੀਤਾ ਬੀਬੀ ਇੱਕ ਸੇਬ ਪਹਿਲਾਂ ਤੂੰ ਖਾ ਫਿਰ ਨੂੰਹ ਨੂੰ ਖਵਾ। ਇੱਕ ਸੇਬ ਖਾ ਲਿਆ ਬੇਬੇ ਨੇ ਤੇ ਦੂਜਾ ਖਵਾਤਾ ਨੂੰਹ ਨੂੰ। ਬੇਬੇ ਨੂੰ ਬਾਹਰ ਕੱਢਤਾ। ਹੁਣ ਇਹਨਾਂ ਨਹੀਂ ਪਤਾ ਲੱਗਾ ਵੀ ਮੁੰਡਾ ਨੂੰਹ ਵੱਲ ਹੋਇਆ ਕਿ ਬੇਬੇ ਵੱਲ ਹੋਇਆ। ਹੁਣ ਇਹ ਗੱਲਾਂ ਕੱਚੀਆਂ ਨੇ ਨਾ, ਕੱਚੀਆਂ ਗੱਲਾਂ ਨੇ। ਕਹਿੰਦੇ ਕੱਚੇ, ਜਿਹੜੇ ਕਹਿਣ ਵਾਲੇ ਨੇ ਉਹ ਕੱਚੇ ਨੇ, ਸੁਣਨ ਵਾਲੇ ਵਿਸ਼ਵਾਸ ਕਰਨ ਵਾਲੇ ਕੱਚੇ ਨੇ। ਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਹੁਣ ਗੁਰੂ ਜੀ ਯੂਨੀਵਰਸਲ ਟਰੁੱਥ ਕਹਿ ਰਹੇ ਨੇ। ਜਿਹੜਾ ਹੁਣ ਇਹ ਗੱਲ ਕਹਿੰਦਾ ਹੈ ਵੀ ਤੁਹਾਡੀ ਕਿਸਮਤ ਮੈਂ ਪੜ੍ਹ ਸਕਣਾ, ਲਕੀਰਾਂ ਜਿਹੜੀਆਂ ਨੇ ਕਿਸਮਤ ਵਾਲੀਆਂ ਨੇ। ਜੋਤਸ਼ੀ ਵੇਖ ਰਿਹਾ ਸੀ ਇੱਕ ਬੰਦੇ ਦਾ ਹੱਥ, ਕਹਿਣ ਲੱਗਾ ਯਾਰ ਤੇਰੀ ਕਿਸਮਤ ਵਿੱਚ ਤੇ ਕਰੋੜਾਂ ਰੁਪਏ ਲਿਖੇ ਨੇ। ਉਹ ਕਹਿੰਦਾ ਵੀ ਗੱਲ ਤੇ ਤੇਰੀ ਠੀਕ ਹੈ, ਪਰ ਤੂੰ ਆਪਣੀ ਫੀਸ ਲੈ ਤੇ ਮੈਨੂੰ ਇਹ ਦੱਸ ਵੀ ਇਹਨਾਂ ਨੂੰ ਬੈਂਕ ਖਾਤੇ ਵਿੱਚ ਕਿਵੇਂ ਕਨਵਰਟ ਕਰਾਂ। ਉਹ ਢੰਗ ਦੱਸ ਵੀ ਜਿਹੜੇ ਕਰੋੜਾਂ ਇੱਥੇ ਲਿਖੇ ਨੇ ਉਹਨਾਂ ਨੂੰ ਬੈਂਕ ਖਾਤੇ ਵਿੱਚ ਕਿਵੇਂ ਕਨਵਰਟ ਕਰਾਂ। ਹੁਣ ਇਹਦਾ ਹੱਲ ਕੋਈ ਨਹੀਂ, ਫਿਰ ਗੱਲ ਕੱਚੀ ਹੈ ਨਾ। ਤਾਂ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਜਿੰਨੇ ਵੀ ਬੋਲ ਬੁਲਾਰੇ ਨੇ ਉਹ ਕੱਚੇ ਨੇ। ਕਹਿੰਦੇ ਕੱਚੇ, ਕਹਿਣ ਵਾਲੇ ਕੱਚੇ ਨੇ, ਸੁਣਦੇ ਕੱਚੇ। ਜਿਹੜੇ ਇਹੋ ਜਿਹੀਆਂ ਕੱਚੀਆਂ ਕਹਾਣੀਆਂ ਸੁਣਦੇ ਨੇ ਉਹ ਵੀ ਕੱਚੇ ਨੇ, ਉਹ ਕੋਈ ਵਿਸ਼ਵਾਸਯੋਗ ਨਹੀਂ। ਉਹ ਤਰੱਕੀਆਂ ਇਹੋ ਜਿਹੀਆਂ ਨਹੀਂ ਕਰ ਸਕਦੇ। ਜੇਕਰ ਜੀਵਨ ਦੇ ਅੰਦਰ ਤਰੱਕੀ ਕਰਨੀ ਹੈ, ਵਿਕਾਸ ਕਰਨਾ ਹੈ, ਤਾਂ ਸੱਚ ਦੇ ਨਾਲ ਜੁੜਨਾ ਹੋਏਗਾ ਭਾਈ। ਮਨ ਬਚਨ ਔਰ ਕਰਮ ਕਰਕੇ ਸੱਚ ਨਾਲ ਜੁੜਨਾ ਹੋਏਗਾ। ਗੁਰੂ ਜੀ ਕਹਿੰਦੇ ਨੇ ਕਿਵ ਸਚਿਆਰਾ ਹੋਈਏ, ਮਨ ਬਚਨ ਔਰ ਕਰਮ ਕਰਕੇ ਸੱਚੇ ਹੋ ਕੇ ਜ਼ਿੰਦਗੀ ਜੀਣੀ ਹੈ, ਫਿਰ ਖੁਸ਼ੀ ਆਏਗੀ। ਇਹਨਾਂ ਚੀਜ਼ਾਂ ਦੇ ਨਾਲ ਕਦੇ ਖੁਸ਼ੀ ਆਨੰਦ ਨਹੀਂ ਪੈਦਾ ਹੁੰਦਾ। ਜੇ ਕੋਈ ਬਾਬਾ ਕਵੇ ਕਿ ਤਵੀਤ ਦੇਣ ਦੇ ਨਾਲ ਖੁਸ਼ੀ ਹੁੰਦੀ ਹੈ, ਜਾਂ ਤਵੀਤ ਦੇਣ ਦੇ ਨਾਲ ਬੰਦਾ ਵਸ ਵਿੱਚ ਆ ਜਾਂਦਾ ਹੈ, ਜਾਂ ਬੀਬੀ ਵਸ ਵਿੱਚ ਆ ਜਾਂਦੀ, ਤਾਂ ਗਲਤ ਹੈ ਨਾ ਸਾਰਾ ਕੁਝ। ਸੱਚੀਆਂ ਗੱਲਾਂ ਥੋੜਾ ਨਾ। ਅਗਲਾ ਵਚਨ ਕਰਦੇ ਨੇ ਕੱਚੀ ਆਖ ਵਖਾਣੀ, ਇਹਨੂੰ ਕੱਚੀ ਨਹੀਂ ਪੜਨਾ ਅਗਲੇ ਨੂੰ। ਕਹਿੰਦੇ ਕੱਚੇ, ਸੁਣਦੇ ਕੱਚੇ। ਕੱਚੀ ਇੱਥੇ ਬਿੰਦੀ ਲਗਾਣੀ ਹੈ, ਕੱਚੀ। ਕੱਚੀ ਦਾ ਮਤਲਬ ਕੱਚਿਆਂ ਨੇ। ਆਖ, ਆਖ ਦੇ ਖੱਖੇ ਨਾਲ ਸਿਹਾਰੀ ਹੈ, ਆਖ ਕੇ। ਵਖਾਣੀ ਦਾ ਮਤਲਬ ਵਿਆਖਿਆਨ ਕੀਤੀ ਹੈ। ਜੋ ਗੁਰੂ ਦੇ, ਸੱਚੇ ਗੁਰੂ ਦੇ ਗਿਆਨ ਤੋਂ ਬਿਨਾ ਜਿਹੜੀ ਚੀਜ਼ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਉਹ ਜਿਹੜੀਆਂ ਵਿਖਿਆਨ ਵੀ ਕੀਤੀਆਂ ਨੇ, ਕੱਚਿਆਂ ਨੇ ਗੱਲਾਂ ਕੀਤੀਆਂ ਨੇ। ਕੱਚਿਆਂ ਨੇ ਕੱਚੀਆਂ ਗੱਲਾਂ ਕੀਤੀਆਂ ਨੇ। ਸੁਣਨ ਵਾਲੇ ਕੱਚੇ ਨੇ, ਕਹਿਣ ਵਾਲੇ ਕੱਚੇ ਨੇ, ਵਿਆਖਿਆਨ ਕਰਨ ਵਾਲੇ ਕੱਚੇ ਨੇ। ਉਹ ਚਾਹੇ ਮੈਂ ਹਾਂ,
ਜਾਂ ਤੁਸੀਂ ਹੋ ਜਾਂ ਕੋਈ ਥਰਡ ਪਰਸਨ ਹੋਰ ਹੈ, ਕੋਈ ਵੀ ਹੈ। ਜਿੰਨੀ ਮਰਜ਼ੀ ਵੱਡੀ ਸ਼ਖਸੀਅਤ ਹੈ, ਕੋਈ ਪੜ੍ਹਿਆ ਹੈ, ਕੋਈ ਅਨਪੜ੍ਹ ਹੈ, ਜਿੰਨੀ ਵੱਡੀ ਮਰਜ਼ੀ ਸ਼ਕਤੀ ਹੈ, ਕੋਈ ਅਮੀਰ ਹੈ, ਕੋਈ ਗਰੀਬ ਰਾਜਾ ਪ੍ਰਜਾ ਹੈ, ਜਿਹਦੀ ਵੀ ਗੱਲ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਉਹ ਭਾਈ ਕੱਚੀ ਹੈ। ਇਹ ਗੱਲ ਸਾਨੂੰ ਪੱਲੇ ਬੰਨਣੀ ਪਵੇਗੀ, ਫਿਰ ਸਾਡੇ ਜੀਵਨ ਦਾ ਵਿਕਾਸ ਹੋਏਗਾ। ਫਿਰ ਜਦੋਂ ਉਸ ਯੂਨੀਵਰਸਲ ਟਰੁੱਥ ਨੂੰ ਬੇਸ ਬਣਾਓਗੇ, ਜ਼ਿੰਦਗੀ ਦੇ ਅੰਦਰ ਖੁਸ਼ੀ ਆਏਗੀ। ਅਗਲਾ ਬਚਨ ਕਰਦੇ ਨੇ, ਹਰ ਹਰ ਨਿਤ ਕਰਹਿ ਰਸਨਾ। ਹਰ ਹਰ ਨਿਤ ਕਰਹਿ ਰਸਨਾ ਯਾਨੀ ਰੱਬ ਰੱਬ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ, ਉਹ ਰਸਨਾ ਦੇ ਨਾਲ ਕਹਿੰਦੇ ਨੇ। ਕੌਣ? ਕੱਚੀਆਂ ਗੱਲਾਂ ਕਰਨ ਵਾਲੇ। ਰੱਬ ਰੱਬ ਉਹ ਵੀ ਕਰਦੇ ਨੇ ਜਿਨ੍ਹਾਂ ਦੀ ਗੱਲ ਕੋਈ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਜਿਹੜੇ ਗੁਰੂ ਦੇ ਗਿਆਨ ਤੋਂ ਬਿਨਾਂ ਬੋਲ ਰਹੇ ਨੇ। ਰੱਬ ਰੱਬ ਉਹ ਵੀ ਕਰਦੇ ਨੇ, ਪਰ ਕਹਿਆ ਕਛੂ ਨਾ ਜਾਣੀ। ਜੋ ਕੁਛ ਉਹ ਕਹਿ ਰਹੇ ਹੁੰਦੇ ਨੇ, ਉਹਨਾਂ ਨੂੰ ਕੁਛ ਜਾਣਦੇ ਨਹੀਂ, ਉਹਦੇ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਹੁੰਦੀ। ਰੱਬ ਬਾਰੇ ਪਤਾ ਨਹੀਂ ਹੈ ਵੀ ਰੱਬ ਕੀ ਹੈ, ਰੱਬ ਕਿੱਥੇ ਹੈ, ਰੱਬ ਕੀ ਕਰਦਾ ਹੈ, ਰੱਬ ਦੇ ਗੁਣ ਕੀ ਨੇ, ਰੂਪ ਕੀ ਹੈ, ਸਰੂਪ ਕੀ ਹੈ, ਇਹਦੇ ਬਾਰੇ ਜਾਣਦੇ ਨਹੀਂ ਕੱਖ ਵੀ, ਡੂੰਘੀ ਜਾਣ ਪਛਾਣ ਨਹੀਂ ਹੈ। ਹੁਣ ਦੇਖੋ ਕਿਵੇਂ ਹੈ, ਕਈ ਜਾ ਰਹੇ ਨੇ ਕਿ ਰੱਬ ਸਭ ਥਾਂ ਤੇ ਵਿਆਪਕ ਹੈ, ਕਈ ਤੇ ਜਾ ਰਹੇ ਨੇ ਕੱਚੀਆਂ ਗੱਲਾਂ ਕਰਨ ਵਾਲੇ, ਪਰ ਇਸ ਗੱਲ ਦੇ ਨਾਲ ਸਾਂਝ ਕੋਈ ਨਹੀਂ। ਕਹਿ ਰਹੇ ਨੇ ਕਿ ਰੱਬ ਸਭ ਵਿੱਚ ਹੈ, ਲੇਕਿਨ ਨਾਮ ਦੇ ਪਿੱਛੇ ਸਰਨੇਮ ਲਾਈ ਫਿਰਦੇ ਨੇ। ਜੋਤ ਨੂੰ ਜਾਣਦੇ ਨਹੀਂ, ਜਾਤ ਨੂੰ ਜਾਣਦੇ। ਰੱਬ ਵਰਗਾ ਵਿਹਾਰ ਨਹੀਂ ਉਹਨਾਂ ਦਾ। ਕਹਿ ਅਸੀਂ ਸਾਰੇ ਰਹੇ ਹਾਂ ਵੀ ਰੱਬ ਸਾਰਿਆਂ ਵਿੱਚ ਕਹਿ ਰਹੇ ਆ ਨਾ, ਤੇ ਆਪਣਾ ਵਿਹਾਰ ਤੇ ਵੇਖੋ। ਵਿਹਾਰ ਭਰਾਵਾਂ ਨਾਲ ਵੀ ਚੰਗਾ ਨਹੀਂ, ਭੈਣਾਂ ਨਾਲ ਚੰਗਾ ਨਹੀਂ, ਮਿੱਤਰਾਂ ਨਾਲ ਚੰਗਾ ਨਹੀਂ, ਸਮਾਜ ਵਿੱਚ ਚੰਗਾ ਨਹੀਂ, ਰੱਬ ਵਰਗਾ ਵਿਹਾਰ ਤੇ ਕਿਤੇ ਵੀ ਨਹੀਂ। ਤੇ ਫਿਰ ਗੱਲ ਕੱਚੀ ਹੋਈ ਨਾ, ਗੁਰੂ ਦੀ ਗੱਲ ਤੇ ਅਮਲ ਨਹੀਂ ਨਾ ਕੀਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਰਸਨਾ ਦੇ ਨਾਲ ਜੋ ਕਹਿ ਰਹੇ ਨੇ ਉਹਨੂੰ ਜਾਣਦੇ ਨਹੀਂ, ਉਹਦੇ ਨਾਲ ਉਹਨਾਂ ਦਾ ਤਾਲਮੇਲ ਨਹੀਂ ਹੁੰਦਾ। ਔਰ ਇਹ ਹਕੀਕਤ, ਇਸ ਚੀਜ਼ ਨੂੰ ਨਾ ਆਪਾਂ ਫਿਰ ਸਮਝੀਏ। ਜਿਵੇਂ ਮੈਂ ਰੋਜ਼ ਇਹ ਮਿਸਾਲ ਦੇ ਰਿਹਾ, ਅਸੀਂ ਸਾਰੇ ਭੈਣ ਭਰਾ ਕਹਿੰਦੇ ਨਾ ਵੀ ਸਾਡਾ ਸੁਭਾਅ ਤੇ ਸੱਚਾ ਹੈ, ਅਸੀਂ ਤੇ ਸੱਚ ਕਹਿੰਦੇ ਆ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ। ਮੈਂ ਵੀ ਕਹਿੰਦਾ, ਤੁਸੀਂ ਵੀ ਸਾਰੇ ਕਲਾਸ ਵਾਲੇ ਕਹਿੰਦੇ ਹੋ, ਬਾਕੀ ਵੀ ਕਹਿੰਦੇ ਨੇ। ਅਸੀਂ ਤੇ ਸਾਰੇ ਇਮਾਨਦਾਰ ਹੀ ਹਾਂ, ਤੇ ਫਿਰ ਬੇਈਮਾਨ ਤੇ ਰੱਬ ਹੀ, ਰਿਸ਼ਵਤ ਉਹ ਵੀ ਵਿਚਾਰਾ ਲੈ ਰਿਹਾ ਨਾ। ਕਹਿ ਸਾਰੇ ਰਹੇ ਨੇ, ਤਾਲਮੇਲ ਕਿਸੇ ਦਾ ਨਹੀਂ ਆਪਣੇ ਆਪ ਨਾਲ, ਕਿ ਮੈਂ ਕੀ ਕਹਿ ਰਿਹਾ, ਇਸ ਬਾਰੇ ਪਤਾ ਨਹੀਂ ਕਿ ਮੈਂ ਕੀ ਬੋਲ ਰਿਹਾ। ਕਹਿ ਸਾਰੇ ਰਹੇ ਨੇ ਕਿ ਸਾਨੂੰ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ, ਪਰ ਘਰ ਕੀ ਕਰਦੇ ਨੇ? ਕਹਿ ਸਾਰੇ ਰਹੇ ਨੇ ਵੀ ਯਾਰ ਗੁੱਸਾ ਬੜਾ ਮਾਰਿਆ, ਬੰਦੇ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਤੇ ਆਪ ਘਰਿਓਂ ਤਾਜ਼ਾ ਟੈਲੀਵਿਜ਼ਨ ਭੰਨ ਕੇ ਆਏ ਹੁੰਦੇ ਨੇ ਘਰ ਵਾਲੀ ਨਾਲ ਲੜ ਕੇ। ਤਾਲਮੇਲ ਨਹੀਂ ਹੈ। ਇਹਨੂੰ ਕਹਿੰਦੇ ਨੇ ਕਹਿਆ ਕਛੂ ਨਾ ਜਾਣੀ। ਜੋ ਕਹਿ ਰਹੇ ਨੇ ਕੱਚੇ ਲੋਕ ਨੇ, ਕੱਚੀ ਗੱਲ ਕਰਦੇ ਨੇ, ਗੁਰੂ ਦੀ ਬਾਣੀ ਤੋਂ ਜੋ ਉਲਟ ਬੋਲਦੇ ਨੇ, ਉਹ ਕਹਿੰਦੇ ਹੈ ਨੇ, ਪਰ ਉਹਨਾਂ ਦਾ ਆਪਣੀ ਜ਼ਬਾਨ ਦੇ ਨਾਲ ਵੀ ਤਾਲਮੇਲ ਕੋਈ ਨਹੀਂ ਹੁੰਦਾ। ਪਹਿਲੇ ਬਜ਼ੁਰਗ ਹੁੰਦੇ ਸਨ ਨਾ, ਉਹ ਜੋ ਵਾਅਦਾ ਕਰ ਲੈਂਦੇ ਸਨ ਨਾ, ਤੇ ਵਾਅਦਾ ਕੀਤਾ ਹੋਇਆ ਹੀ ਨਿਭਾਉਂਦੇ ਸਨ। ਜੇ ਕੋਈ ਚੀਜ਼ ਵੇਚ ਦੇਣੀ, ਜ਼ਬਾਨ ਕਰ ਲੈਣੀ ਤੇ ਬਸ ਕਰ ਲਈ। ਜ਼ਬਾਨ 5 ਰੁਪਏ ਕਿਤੇ ਫੜ ਲਈ ਸਾਈ, ਤੇ ਫੜ ਲਈ, ਨਹੀਂ ਤੇ ਨਾ ਸੀ। ਸਾਈ ਫੜ ਲਈ, ਫਿਰ ਮੋੜਦੇ ਨਹੀਂ ਸਨ। ਹੌਲੇ ਹੌਲੇ ਲੋਕ ਮੁੱਕਰਨ ਲੱਗ ਗਏ। ਫਿਰ ਹੌਲੇ ਹੌਲੇ ਕੀ ਹੋਇਆ ਕਿ ਲਿਖਣਾ ਸ਼ੁਰੂ ਕਰਤਾ ਸਟਾਮ, ਫਿਰ ਰਜਿਸਟਰੀਆਂ ਸ਼ੁਰੂ ਕਰ ਦੇਣੀਆਂ। ਆ ਜਿਹੜੇ ਮੈਰਿਜ ਰਜਿਸਟ੍ਰੇਸ਼ਨ ਕਿਉਂ ਹੋਣੀ ਸ਼ੁਰੂ ਹੋ ਗਈ, ਲੋਕੀ ਕੋਈ ਤਲਾਕਾਂ ਦੇਣ ਲੱਗ ਗਏ, ਮੁੱਕਰਨ ਲੱਗ ਗਏ। ਕਹਿਣ ਤੋਂ ਭਾਵ ਕਿ ਲੋਕ ਬਚਨਾਂ ਤੋਂ ਫਿਰਨ ਲੱਗ ਗਏ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਬਚਨ ਕਰਕੇ ਖਿਸਕ ਜਾਏ ਉਹ ਕੱਚਾ ਬੰਦਾ ਹੈ, ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ। ਬਚਨ ਵੀ ਕੀਤਾ, ਵਾਅਦਾ ਕੀਤਾ ਤੇ ਮੁੱਕਰ ਗਿਆ, ਕੱਚਾ ਹੀ ਹੈ ਨਾ। ਹੁਣ ਦੇਖੋ, ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਅਸੀਂ ਜੇ ਕਸਮ ਚੁੱਕੀਏ ਤੇ ਕਸਮ ਜਿਹੜਾ ਚੁੱਕ ਕੇ ਮੁੱਕਰ ਜਾਏ, ਅਸੀਂ ਸਾਰੀ ਜ਼ਿੰਦਗੀ ਉਹਦੀ ਮਿੱਟੀ ਪਲੀਤ ਕਰਦੇ ਹਾਂ। ਮੰਨ ਲਓ ਮੈਂ ਤੁਹਾਡੇ ਨਾਲ ਕੋਈ ਵਾਅਦਾ ਕਰ ਲਿਆ, ਮੈਂ ਕਸਮ ਚੁੱਕ ਲਈ ਵੀ ਧਰਮ ਨਾਲ ਸਹੁੰ ਪਿਓ ਦੀ ਮੈਂ ਕੰਮ ਜ਼ਰੂਰ ਕਰਾਂਗਾ, ਤੇ ਮੈਂ ਜਾਵਾਂ ਮੁੱਕਰ, ਤੇ ਤੁਹਾਡੇ ਸਾਹਮਣੇ ਮੇਰੀ ਕੋਈ ਸਿਫਤ ਕਰੇ ਵੀ ਭਾਈ ਮੋਹਰ ਸਿੰਘ ਬੜਾ ਵਧੀਆ ਬੰਦਾ ਹੈ, ਤੇ ਤੁਸੀਂ ਫਿਰ ਕੀ ਕਹੋਗੇ? ਨਾ ਨਾ, ਉਹਦੇ ਵਰਗਾ ਨਲਾਇਕ ਬੰਦਾ ਹੈ ਨਹੀਂ, ਉੱਤੇ ਕਸਮਾਂ ਚੁੱਕ ਕੇ ਮੁੱਕਰਦਾ ਹੈ। ਮੇਰੇ ਸਾਹਮਣੇ ਉਹਨੇ ਕਸਮ ਚੁੱਕੀ ਸੀ, ਉੱਤੇ ਵਾਅਦੇ ਕਰਕੇ ਮੁੱਕਰਦਾ ਹੈ। ਉਹ ਵਾਅਦਾ ਫਰਾਮੋਸ਼ ਹੈ, ਝੂਠੀਆਂ ਕਸਮਾਂ ਚੁੱਕਦਾ ਹੈ, ਬੰਦਾ ਬੜਾ ਬਦਤਮੀਜ਼ ਹੈ,
ਉਹਦੇ ਤੇ ਵਿਸ਼ਵਾਸ ਨਾ ਕਰਿਆ ਜੇ, ਕਹੋਗੇ ਨਾ? ਸਿਰ ਲਾ ਕੇ ਦੱਸੋ, ਕਹੋਗੇ ਨਾ? ਕਹਿਣਾ ਵੀ ਚਾਹੀਦਾ ਹੈ, ਕਿਉਂਕਿ ਜਿਹੜਾ ਕਸਮਾਂ ਚੁੱਕ ਕੇ ਮੁੱਕਰੇ, ਵਾਅਦੇ ਕਰਕੇ ਮੁੱਕਰੇ, ਉਹ ਬੰਦਾ ਚੰਗਾ ਨਹੀਂ ਹੁੰਦਾ, ਕੱਚਾ ਹੁੰਦਾ ਹੈ। ਹੁਣ ਅਸੀਂ ਆਪਣੇ ਵੱਲ ਵੇਖੀ ਥੋੜਾ ਜਿਹਾ। ਅਸੀਂ ਰੋਜ਼ ਅਰਦਾਸ ਕਰਨੇ ਆ ਨਾ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਤੇ ਇਹਦਾ ਮੀਨਿੰਗ ਕੀ ਹੈ, ਅਸੀਂ ਪਹਿਲਾਂ ਵਿਚਾਰ ਚੁੱਕੇ ਆ ਨਾ। ਇਹ ਸਾਡੀ ਪ੍ਰੋਮਿਸ ਹੈ ਗੁਰੂ ਦੇ ਨਾਲ, ਇਹ ਕਸਮ ਹੈ। ਜਿੰਨੇ ਵੀ ਤੁਸੀਂ ਇਹਨਾਂ ਦੇਸ਼ਾਂ ਵਿੱਚ ਪੱਕੇ ਹੋਏ, ਜਿਨ੍ਹਾਂ ਨੇ PR ਲਈ ਜਾਂ ਸਿਟੀਜ਼ਨਸ਼ਿਪ ਲਈ, ਪਤਾ ਹੈ ਨਾ, ਜਦੋਂ PR ਮਿਲੀ ਜਾਂ ਸਿਟੀਜ਼ਨਸ਼ਿਪ ਮਿਲੀ ਤੇ ਸਾਨੂੰ ਕਸਮ ਚੁਕਾਈ ਗਈ। ਕੋਈ ਵੀ ਨੁਮਾਇੰਦਾ ਆਇਆ, ਉਹ ਅੱਗੇ ਪੜ੍ਹਦਾ ਗਿਆ, ਅਸੀਂ ਪਿੱਛੇ ਬੋਲਦੇ ਗਏ ਕਿ ਅਸੀਂ ਇਸ ਦੇਸ਼ ਦੇ ਕਾਨੂੰਨ ਦਾ ਪਾਲਨ ਕਰਾਂਗੇ, ਅਸੀਂ ਆਪਣਾ ਆਪਾ ਵੀ ਇਸ ਦੇਸ਼ ਵਾਸਤੇ ਵਾਰਾਂਗੇ, ਵਫਾਦਾਰ ਰਹਾਂਗੇ। ਕਸਮ ਚੁੱਕੀ ਨਾ। ਜਦੋਂ ਕੋਈ MLA MP ਜਿੱਤਦਾ ਹੈ ਰਾਜ ਸਭਾ ਵਿੱਚ, ਪਾਰਲੀਮੈਂਟ ਵਿੱਚ ਜਾ ਕੇ, ਉਹ ਕਸਮ ਚੁੱਕਦਾ ਹੈ, ਕੋਈ ਨੁਮਾਇੰਦਾ ਅੱਗੇ ਉਹਨਾਂ ਨੂੰ ਕਸਮ ਚੁਕਾਉਂਦਾ ਹੈ। ਅਰਦਾਸ ਵੀ ਸਾਡੀ ਇੱਕ ਪ੍ਰੋਮਿਸ ਹੈ ਗੁਰੂ ਦੇ ਨਾਲ, ਜੋ ਅਸੀਂ 2 ਵਕਤ ਜਾਂ ਕਿਸੇ ਵੀ ਕਾਰਜ ਤੋਂ ਪਹਿਲਾਂ ਕਰਦੇ ਹਾਂ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਅਸੀਂ ਕਸਮ ਚੁੱਕ ਰਹੇ ਹਾਂ, ਪ੍ਰੋਮਿਸ ਕਰ ਰਹੇ ਹਾਂ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਹਾਂ, ਮੈਂ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰਾਂਗਾ, ਅਰਥ ਭਾਵਾਂ ਨੂੰ ਪੜਾਂਗਾ, ਸਮਝਾਂਗਾ, ਇਹਦੇ ਤੇ ਅਮਲ ਕਰਾਂਗਾ। ਕਸਮ ਚੁੱਕੀ, ਕਿੰਨਿਆਂ ਨੇ ਪੂਰੀ ਕੀਤੀ? ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਹਾਂ ਕਿ ਮੇਰਾ ਧਿਆਨ ਪੰਜਾਂ ਤਖਤਾਂ ਔਰ ਗੁਰਦੁਆਰੇ ਸਾਹਿਬਾਨ ਵਿੱਚ ਹੋਏਗਾ, ਮੇਰਾ ਧਿਆਨ ਲਾਂਬੇ ਨਹੀਂ ਜਾਏਗਾ। ਪਰ ਹਜ਼ਾਰਾਂ ਡੇਰੇ ਕਿਵੇਂ ਬਣ ਗਏ, ਉਧਰ ਧਿਆਨ ਕਿਵੇਂ ਚਲਾ? ਪੰਜਾਂ ਪਿਆਰਿਆਂ ਚਵਾਂ ਸਾਹਿਬਜ਼ਾਦਿਆਂ ਵਰਗੀ ਮੈਂ ਜ਼ਿੰਦਗੀ ਜੀਵਾਂਗਾ, ਕਸਮ ਚੁੱਕ ਕੇ ਕਹਿ ਰਿਹਾ। ਕਿੱਧਰ ਗਈਆਂ ਕਸਮਾਂ? ਇਸੇ ਨੂੰ ਕਹਿੰਦੇ ਨੇ ਕਹਿਆ ਕਛੂ ਨਾ ਜਾਣੀ। ਇਹ ਸਾਰਿਆਂ ਦੀ ਗੱਲ ਨਹੀਂ ਹੈ, ਉਹਨਾਂ ਦੀ ਹੈ ਜਿਹੜੇ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਨ ਵਾਲੇ ਨਹੀਂ ਹਨ। ਤਾਂ ਗੁਰੂ ਦੀ ਪਾਵਨ ਬਾਣੀ ਤੋਂ ਉਲਟ ਜੋ ਗੱਲ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਕਹਿਣ ਵਾਲੇ ਸੁਣਨ ਵਾਲੇ ਉਹ ਕੱਚੇ ਨੇ, ਤੇ ਜਿਨ੍ਹਾਂ ਨੇ ਆਪਣੇ ਵਾਅਦੇ ਨਿਭਾਏ ਨੇ ਉਹਨਾਂ ਦਾ ਫਿਰ ਅਰਦਾਸ ਵਿੱਚ ਨਾਮ ਸ਼ਾਮਲ ਹੁੰਦਾ ਹੈ। ਪੰਜਾਂ ਪਿਆਰਿਆਂ ਨੂੰ ਦੇਖ ਲਓ, 4 ਸਾਹਿਬਜ਼ਾਦਿਆਂ ਨੂੰ ਦੇਖ ਲਓ, ਹੋਰ ਨਾਮ ਜਪਣ ਵਾਲੇ, ਵੰਡ ਛਕਣ ਵਾਲੇ, ਉਹਨਾਂ ਨੂੰ ਦੇਖ ਲਓ, ਬਾਬਾ ਬੰਦਾ ਸਿੰਘ ਬਹਾਦਰ ਜਾਂ ਮੀਰ ਮੰਨੂ ਦੇ ਜੇਲ੍ਹ ਵਿੱਚ ਬੀਬੀਆਂ ਜਾਂ ਹੋਰ ਜਿੰਨੇ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਿਭਾਇਆ ਹੈ, ਪੱਕੇ ਨੇ। ਉਹਨਾਂ ਨੇ ਗੁਰੂ ਦੀ ਸੱਚੀ ਬਾਣੀ ਨੂੰ ਪੜ੍ਹਿਆ, ਸੁਣਿਆ ਔਰ ਅਮਲ ਕੀਤਾ ਹੈ। ਉਹਨਾਂ ਨੂੰ ਪਤਾ ਹੈ ਮੈਂ ਕੀ ਕਹਿ ਰਿਹਾ, ਕੀ ਕਰ। ਅਗਲਾ ਵਚਨ ਕਰਦੇ ਨੇ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਉਹ ਜ਼ਬਾਨ ਦੇ ਨਾਲ ਰੱਬ ਰੱਬ ਕਰਦੇ ਨੇ, ਉਹ ਵੀ ਜੋ ਗੁਰੂ ਦੀ ਬਾਣੀ ਤੋਂ ਇਲਾਵਾ ਆਪਣੀਆਂ ਰਚਨਾਵਾਂ ਬਣਾਈਆਂ ਨੇ, ਯੂਨੀਵਰਸਲ ਟਰੁੱਥ ਤੋਂ ਬਿਨਾਂ ਜੋ ਬੋਲਦੇ ਨੇ, ਰੱਬ ਰੱਬ ਕਰਦੇ ਨੇ, ਉਹ ਵੀ ਕਰਦੇ ਨੇ। ਪਰ ਕਹਿਆ ਕਛੂ ਨਾ ਜਾਣੀ, ਜੋ ਕਹਿ ਰਹੇ ਨੇ ਉਹਨੂੰ ਜਾਣਦੇ ਨਹੀਂ, ਉਹਦੇ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਹੁੰਦੀ। ਕਹਿੰਦੇ ਨੇ ਸੱਚ ਬੋਲੋ, ਪਰ ਸੱਚ ਬੋਲਦੇ ਨਹੀਂ। ਕਹਿੰਦੇ ਨੇ ਦਇਆ ਕਰੋ, ਪਰ ਦਇਆ ਉਹਨਾਂ ਵਿੱਚ ਹੁੰਦੀ ਨਹੀਂ। ਕਹਿੰਦੇ ਜ਼ਰੂਰ ਨੇ ਪਰਉਪਕਾਰ ਕਰੋ, ਰਿਸ਼ਵਤ ਨਾ ਲਓ, ਚੋਰੀ ਨਾ ਕਰੋ, ਲੇਕਿਨ ਲੈ ਰਹੇ ਹੁੰਦੇ ਨੇ। ਅਗਲਾ ਬਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਚਿੱਤ ਜਿਨ ਕਾ ਹਿਰ ਲਿਆ ਮਾਇਆ। ਹਿਰ ਲਿਆ, ਇਹਨੂੰ ਹਰ ਲਿਆ ਨਹੀਂ ਪੜਨਾ, ਹਿਰ ਲਿਆ। ਹਿਰਨਾ ਮਤਲਬ ਚੁਰਾਣਾ, ਠੱਗਣਾ। ਜਿਨ੍ਹਾਂ ਦੇ ਚਿੱਤ ਨੂੰ ਮਾਇਆ ਨੇ ਠੱਗ ਲਿਆ ਹੈ, ਮੋਹ ਰੱਖਿਆ ਹੈ। ਹਿਰ ਲਿਆ ਦਾ ਮਤਲਬ ਮੋਹ ਲਿਆ। ਬੋਲਣ ਪੈ ਰਵਾਣੀ, ਰਵਾਣੀ ਦਾ ਮਤਲਬ ਜ਼ਬਾਨੀ, ਜ਼ਬਾਨੀ ਬੋਲੀ ਜਾਂਦੇ ਨੇ, ਅਮਲ ਨਹੀਂ ਕਰਦੇ। ਚਿੱਤ ਜਿਨ ਕਾ ਹਿਰ ਲਿਆ ਮਾਇਆ। ਹੁਣ ਦੇਖੋ, ਮਾਇਆ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਇਹ ਰੋਜ਼ ਬੇਨਤੀ ਕਰ ਰਿਹਾ ਔਰ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਰਿਪੀਟ ਕਰਨ ਦੀ ਲੋੜ ਹੈ, ਕਿਉਂਕਿ ਜਿਸ ਕਰਕੇ ਸਾਡੇ ਸਬਕੌਂਸ਼ੀਅਸ ਦੇ ਅੰਦਰ ਇਹ ਚੀਜ਼ਾਂ ਚਲੀਆਂ ਜਾਣ, ਸਾਡੇ ਮਨ ਦੀ ਗਹਿਰਾਈ ਵਿੱਚ ਚਲੀਆਂ ਜਾਣ, ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਕੇ ਕੁਝ ਆਤਮਿਕ ਉੱਚਤਾ ਹਾਸਲ ਕਰ ਸਕੀਏ, ਸਮਾਜ ਔਰ ਸੰਸਾਰ ਦਾ ਅਸੀਂ ਕੁਝ ਭਲਾ ਕਰ ਸਕੀਏ, ਸਾਡੇ ਆਪਣੇ ਜੀਵਨ ਵਿੱਚ ਵਿਕਾਸ ਹੋ ਸਕੇ। ਸਾਡੇ ਧਾਰਮਿਕ ਲੋਕਾਂ ਨੇ ਪੈਸੇ ਨੂੰ ਬਹੁਤ ਭੰਡਿਆ ਹੈ, ਪੈਸੇ ਨੂੰ ਭੰਡਿਆ ਹੈ, ਮਾਇਆ ਨੂੰ ਭੰਡਿਆ ਹੈ, ਔਰ ਔਰਤ ਨੂੰ ਭੰਡਿਆ ਹੈ, ਮਾਇਆ ਕਹਿ ਕੇ, ਪੈਸੇ ਨੂੰ ਮਾਇਆ ਕਹਿ ਕੇ ਭੰਡਿਆ ਹੈ। ਪਰ ਗੁਰਬਾਣੀ ਦੇ ਅੰਦਰ ਜਿਸ ਚੀਜ਼ ਨੂੰ ਮਾਇਆ ਕਿਹਾ ਗਿਆ ਹੈ, ਉਹਨੂੰ ਸਮਝਿਆ ਨਹੀਂ ਬਹੁਤੇ ਵੀਰਾਂ ਨੇ।
ਬਹੁਤਿਆਂ ਨੇ, ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤਾਤ ਗਿਣਤੀ ਨੇ ਮਾਇਆ ਕੇਵਲ ਔਰਤ ਨੂੰ ਕਹਿ ਦਿੱਤਾ ਔਰ ਪੈਸੇ ਪ੍ਰੋਪਰਟੀ ਨੂੰ ਕਹਿ ਦਿੱਤਾ। ਲੇਕਿਨ ਇਹਨਾਂ ਦੋਵਾਂ ਚੀਜ਼ਾਂ ਤੋਂ ਬਿਨਾਂ ਕੀ ਸੰਸਾਰ ਚੱਲ ਸਕਦਾ ਹੈ? ਔਰਤ ਤੋਂ ਬਿਨਾਂ ਤੇ ਸੰਸਾਰ ਚੱਲ ਹੀ ਨਹੀਂ ਸਕਦਾ। ਗੁਰੂ ਜੀ ਕਹਿੰਦੇ ਨੇ ਭੰਡ ਨਿੰਮੀਏ ਭੰਡ ਜੰਮੀਏ ਭੰਡ ਮੰਗਣ ਵਿਆਹ ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ। ਔਰਤ ਤੋਂ ਬਿਨਾਂ ਤੇ ਇਸ ਦੁਨੀਆ ਹੀ ਨਹੀਂ ਚੱਲ ਸਕਦੀ। ਇਹ ਸੰਸਾਰ ਦਾ ਰਾਸਤਾ ਹੀ ਔਰਤ ਕਰਕੇ ਚੱਲ ਰਿਹਾ ਹੈ। ਜੇ ਔਰਤ ਨਹੀਂ ਤੇ ਬੱਚਾ ਜਨਮ ਹੀ ਨਹੀਂ ਲੈ ਸਕੇਗਾ ਨਾ। ਤਾਂ ਔਰਤ ਨੂੰ ਕਿਵੇਂ ਭੰਡ ਸਕਦੇ ਹੋ ਤੁਸੀਂ? ਔਰਤ ਨੂੰ ਮਾੜਾ ਕਿਵੇਂ ਕਹਿ ਸਕਦੇ ਹੋ? ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਜਿਨੇ ਵੱਡੀਆਂ ਵੱਡੀਆਂ ਰੂਹਾਂ ਨੂੰ ਜਨਮ ਦਿੱਤਾ ਹੈ, ਉਹਨਾਂ ਲੋਕ ਉਸ ਔਰਤ ਨੂੰ ਕਿਵੇਂ ਮਾੜਾ ਕਹਿ ਸਕਦੇ? ਹੁਣ ਅਸੀਂ ਕਹਿ ਦਿੰਦੇ ਨਾ ਪਤੀ ਪਰਮੇਸ਼ਰ ਹੈ, ਬੜੀ ਵਧੀਆ ਗੱਲ ਹੈ, ਜਿਨੇ ਕਿਹਾ ਹੈ ਬੜਾ ਵਧੀਆ ਕਿਹਾ ਹੈ, ਪਰ ਇੱਥੇ ਥੋੜੀ ਜਿਹੀ ਬੇਇਨਸਾਫੀ ਕਰ ਗਿਆ ਨਾ ਉਹ ਬੰਦਾ। ਪਤੀ ਨੂੰ ਪਰਮੇਸ਼ਰ ਕਹਿਣ ਵਾਲਾ ਥੋੜੀ ਜਿਹੀ ਬੇਇਨਸਾਫੀ ਕਰ ਗਿਆ। ਉਹਨੂੰ ਇਹ ਨਹੀਂ ਦੱਸਿਆ ਕਿ ਜੇ ਪਤੀ ਪਰਮੇਸ਼ਰ ਹੈ ਤੇ ਔਰਤ ਉਹ ਮੰਦਰ ਹੈ ਜਿੱਥੇ ਉਸਨੇ 9 ਮਹੀਨੇ ਸਮਾਧੀ ਲਾ ਕੇ ਗੁਜ਼ਾਰੇ ਨੇ। ਜਿਸ ਮੰਦਰ ਦੇ ਵਿੱਚ ਉਹ ਜਨਮ ਲਿਆ ਹੈ, ਉਹਨੂੰ ਮੰਦਰ ਜਿੰਨਾ ਸਤਿਕਾਰ ਦਿਓ, ਉਹਨੂੰ ਰੱਬ ਦੇ ਘਰ ਜਿੰਨਾ ਸਤਿਕਾਰ ਦਿਓ। ਠੀਕ ਹੈ ਨਾ? ਪੈਸੇ ਨੂੰ ਭੰਡੋਗੇ ਤੇ ਪੈਸੇ ਤੋਂ ਬਿਨਾਂ ਕੰਮ ਕਿਵੇਂ ਚੱਲੇਗਾ? ਹੁਣ ਬਾਬੇ 2.5 3 ਲੱਖ ਲੈ ਲੈਂਦੇ ਨੇ ਨਾ ਇਹ ਗੱਲ ਕਹਿਣ ਦੇ ਵੀ ਮਾਇਆ ਨੇ ਨਾਲ ਨਹੀਂ ਜਾਣਾ। ਇੰਨੀ ਗੱਲ ਕਹਿਣ ਦੇ 2.5 ਲੱਖ ਲੈ ਲੈਣਾ, ਚੰਗਾ ਕੰਮ ਨਹੀਂ ਨਾ। ਤਾਂ ਮਾਇਆ ਨੂੰ ਸਮਝਣ ਦੀ ਲੋੜ ਹੈ। ਇਹ ਮਾਇਆ ਕਿਹੜੀ ਹੈ? ਮਾਇਆ ਪੈਸਾ ਨਹੀਂ, ਪੈਸੇ ਦੀ ਲੋੜ ਹੈ, ਮੈਨੂੰ ਵੀ ਲੋੜ ਹੈ, ਤੁਹਾਨੂੰ ਵੀ ਲੋੜ ਹੈ, ਬਾਬਿਆਂ ਨੂੰ ਵੀ ਲੋੜ ਹੈ, ਹਰ ਇੱਕ ਨੂੰ ਲੋੜ ਹੈ। ਹੁਣ ਮਾਇਆ ਦਾ ਮਤਲਬ ਇੱਕ ਮੈਂਟੈਲਿਟੀ ਹੈ ਜੋ ਗੁਰਬਾਣੀ ਵਿੱਚ ਕਿਹਾ ਗਿਆ ਹੈ। ਮਾਇਆ ਦਾ ਨਾਮ ਸੋਚ ਹੈ। ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਮੋਹ ਪੈਦਾ ਕਰਦੀ ਹੈ, ਸਵਾਰਥ ਪੈਦਾ ਕਰਦੀ ਹੈ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਕਰਦੀ ਹੈ, ਗੁਰੂ ਜੀ ਉਸ ਸੋਚ ਨੂੰ ਮਾਇਆ ਕਹਿ ਰਹੇ ਨੇ। ਹੁਣ ਇੱਥੇ ਅਰਥ ਸਪਸ਼ਟ ਹੋ ਜਾਏਗਾ ਕਿ ਚਿੱਤ ਜਿਨ ਕਾ ਹਿਰ ਲਿਆ ਮਾਇਆ, ਜਿਨ੍ਹਾਂ ਦਾ ਚਿੱਤ ਇਸ ਸੋਚ ਨੇ ਹਿਰ ਲਿਆ ਹੈ, ਮੋਹ ਲਿਆ ਹੈ, ਜੋ ਇਹੋ ਜੀ ਸੋਚ ਵਿੱਚ ਖਚਤ ਨੇ, ਬੋਲਣ ਪੈ ਰਵਾਣੀ, ਉਹ ਜ਼ਬਾਨੀ ਗੱਲਾਂ ਕਰੀ ਜਾਂਦੇ ਨੇ। ਰਵਾਣੀ ਦਾ ਮਤਲਬ ਜ਼ਬਾਨੀ ਹਵਾਈ ਗੱਲਾਂ ਨੇ ਉਹਨਾਂ ਦੀਆਂ, ਕਿਉਂਕਿ ਮਨ ਦੇ ਅੰਦਰ ਤੇ ਰੱਬ ਵਰਗਾ ਪਿਆਰ ਸਤਿਕਾਰ ਹੈ ਨਹੀਂ। ਮੇਰ ਤੇਰ ਦੇ ਵਿਤਕਰੇ ਅੰਦਰ ਟਿਕੇ ਹੋਏ ਨੇ, ਸੈਲਫਿਸ਼ਨੈਸ ਦੇ ਨਾਲ ਅੰਦਰ ਭਰਿਆ ਹੋਇਆ ਹੈ, ਤੇ ਗੱਲਾਂ ਪ੍ਰੇਮ ਦੀਆਂ ਕਰ ਰਹੇ ਨੇ, ਜ਼ਬਾਨੀ ਗੱਲਾਂ ਨੇ, ਹਵਾਈ ਗੱਲਾਂ ਨੇ, ਜਿੰਨੀਆਂ ਮਰਜ਼ੀ ਕਰੀ ਜਾਣ। ਉਹਨਾਂ ਦੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਅੰਦਰ ਉਹ ਚੀਜ਼ ਹੈ ਹੀ ਨਹੀਂ। ਉਗਣਾ ਉਸ ਚੀਜ਼ ਨੇ ਹੈ ਜੋ ਅੰਦਰ ਹੈ। ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ। ਪ੍ਰਫੁੱਲਤ ਤੇ ਉਹਨਾਂ ਹੋਣਾ ਜੋ ਤੁਹਾਡੀ ਮੈਂਟੈਲਿਟੀ ਵਿੱਚ ਹੈ, ਜੋ ਤੁਹਾਡੀ ਮਾਨਸਿਕਤਾ ਵਿੱਚ ਹੈ, ਸੋਚ ਵਿੱਚ ਹੈ। ਮੂੰਹ ਦੀਆਂ ਗੱਲਾਂ ਤੇ ਹਵਾਈ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਚਿੱਤ ਨੂੰ ਇਹੋ ਜਿਹੀ ਸੋਚ ਨੇ ਮੋਇਆ ਹੋਇਆ ਹੈ, ਉਹ ਜੋ ਕੁਛ ਬੋਲਦੇ ਨੇ ਹਵਾਈ ਗੱਲਾਂ ਕਰ ਰਹੇ ਨੇ। ਗੁਰੂ ਦੀ ਬਾਣੀ ਤੋਂ ਇਲਾਵਾ ਜੋ ਕਰ ਰਹੇ ਨੇ ਹਵਾਈ ਗੱਲਾਂ ਕਰ ਰਹੇ, ਕਿਉਂਕਿ ਯੂਨੀਵਰਸਲ ਟਰੁਥ ਦੀ ਗੱਲ ਨਹੀਂ ਉਹ ਕਰ ਰਿਹਾ, ਕਰੀ ਜਾ ਰਹੇ ਨੇ ਪਰ ਜ਼ਬਾਨੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰੂ ਦੇ ਗਿਆਨ ਤੋਂ ਇਲਾਵਾ ਜੋ ਹੋਰ ਬੋਲ ਬੁਲਾਰੇ ਨੇ ਭਾਈ, ਉਹ ਕੱਚੇ ਨੇ, ਉਹ ਵਿਅਰਥ ਨੇ, ਉਹਨਾਂ ਦਾ ਕੋਈ ਆਧਾਰ ਨਹੀਂ ਹੈ। ਉਹ ਯੂਨੀਵਰਸਲ ਟਰੁਥ ਦੇ ਉੱਤੇ ਪੂਰੇ ਨਹੀਂ ਉਤਰਦੇ। ਜਿੰਨੀਆਂ ਵੀ ਗੱਲਾਂ ਨੇ ਤੁਸੀਂ ਜਦੋਂ ਸਾਇੰਸ ਦੀ ਕਸਵੱਟੀ ਤੇ ਪਰਖ ਲਓ, ਸੱਚ ਦੀ ਕਸਵੱਟੀ ਤੇ ਪਰਖੋ, ਤਾਂ ਉਹ ਪੂਰੀਆਂ ਨਹੀਂ ਉਤਰਦੀਆਂ। ਸਾਇੰਸ ਵਾਲੇ ਜਿਹੜੇ ਲੋਕ ਨੇ ਉਹ ਵੀ ਸੱਚ ਦੇ ਉੱਤੇ ਚੀਜ਼ ਨੂੰ ਪਰਖਦੇ ਨੇ ਕਿ ਕੀ ਇਹ ਪ੍ਰੈਕਟੀਕਲ ਵਿੱਚ ਪੂਰੀ ਉਤਰਦੀ ਹੈ, ਉਸੇ ਚੀਜ਼ ਨੂੰ ਥਿਊਰੀ ਮੰਨਦੇ ਨੇ, ਨਹੀਂ ਤੇ ਉਹ ਥਿਊਰੀ ਨੂੰ ਰੱਦ ਕਰ ਦਿੰਦੇ ਨੇ। ਨਹੀਂ ਤਾਂ ਉਹ ਇਹਨਾਂ ਚੀਜ਼ਾਂ ਨੂੰ ਰੱਦ ਕਰਦੇ ਨੇ, ਕਿਉਂਕਿ ਸੱਚ ਪ੍ਰੈਕਟੀਕਲ ਵਿੱਚ ਜਿਹੜੀ ਚੀਜ਼ ਪੂਰੀ ਨਹੀਂ ਉਤਰ ਰਹੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੀ ਪਾਵਨ ਬਾਣੀ ਹੈ, ਜੋ ਗੁਰੂ ਦਾ ਸੱਚਾ ਗਿਆਨ ਹੈ, ਉਸ ਸੱਚੇ ਗਿਆਨ ਤੋਂ ਬਿਨਾ ਜਿਹੜੀ ਗੱਲ ਹੈ, ਬੋਲ ਬੁਲਾਰਾ ਹੈ, ਬਾਣੀ ਹੈ, ਬਚਨ ਨੇ, ਉਹ ਕੱਚੇ ਨੇ, ਉਹਨਾਂ ਦਾ ਕੋਈ ਆਧਾਰ ਨਹੀਂ ਹੈ, ਕਿਉਂਕਿ ਉਹ ਸੱਚ ਦੇ ਉੱਤੇ ਪੂਰੇ ਨਹੀਂ ਉਤਰਦੇ। ਹੁਣ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝੀਏ, ਅਮਲ ਕਰੀਏ, ਤਾਂ ਸਾਡੇ ਜਿਹੜੇ ਵਾਦ ਵਿਵਾਦ ਨੇ ਉਹ ਬਿਲਕੁਲ ਖਤਮ ਹੋ ਸਕਦੇ ਨੇ। ਆਪਣੀ ਕਹੀ ਹੋਈ ਗੱਲ ਨੂੰ ਅਸੀਂ ਸੱਚ ਦੀ ਕਸਵੱਟੀ ਤੇ ਪਰਖੀਏ ਕਿ ਕੀ ਉਹ ਚੀਜ਼ ਪ੍ਰੈਕਟੀਕਲ ਵਿੱਚ ਪੂਰੀ ਉਤਰਦੀ ਹੈ। ਜੇ ਤਾਂ ਪ੍ਰੈਕਟੀਕਲ ਵਿੱਚ ਪੂਰੀ ਉਤਰਦੀ ਹੈ ਫਿਰ ਉਹ ਸੱਚੀ ਹੈ, ਠੀਕ ਹੈ, ਉਹਨੂੰ ਮੰਨ ਲਓ। ਤੇ ਜਿਹੜੀ ਚੀਜ਼ ਪ੍ਰੈਕਟੀਕਲ ਕੀਤਿਆਂ ਪੂਰੀ ਨਹੀਂ ਉਤਰਦੀ,
ਉਹਨੂੰ ਰੱਦ ਕਰੋ। ਜੇ ਹੁਣ ਕਿਸਮਤ ਦੀ ਗੱਲ ਹੈ ਨਾ, ਅਸੀਂ ਕਿਸਮਤ ਨੂੰ ਮੰਨਦੇ ਹਾਂ ਕਿ ਸਾਡੀ ਕਿਸਮਤ ਵਿੱਚ ਇਹ ਚੀਜ਼ ਲਿਖੀ ਹੈ, ਮੰਨ ਲਓ, ਨੋ ਪ੍ਰੋਬਲਮ ਕਿ ਕਿਸਮਤ ਵਿੱਚ ਲਿਖੀ ਹੈ ਚੀਜ਼, ਕਿਸਮਤ ਤੇ ਵਿਸ਼ਵਾਸ ਕਰੋ, ਪੱਕਾ ਕਰੋ। ਨਾ ਤਾਂ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ ਕਿ ਤੁਹਾਡੀ ਇਨਕਮ 1 ਮਹੀਨੇ ਵਿੱਚ ਇੰਡੀਆ ਦੇ ਹਿਸਾਬ ਨਾਲ ਲੱਖ ਰੁਪਇਆ ਹੋਏਗੀ, ਲੱਖ ਰੁਪਇਆ ਮਹੀਨੇ ਦਾ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ। ਕੋਈ ਪ੍ਰੋਬਲਮ ਨਹੀਂ, ਇਸ ਚੀਜ਼ ਨੂੰ ਮੰਨ ਲਓ, ਪੱਕਾ ਵਿਸ਼ਵਾਸ ਕਰੋ, ਫਿਰ ਕੋਈ ਕੰਮ ਕਰਨ ਨਾ ਜਾਓ, ਨਾ ਨੌਕਰੀ ਕਰੋ, ਨਾ ਹਲ ਵਾਹੋ, ਨਾ ਦੁਕਾਨ ਚਲਾਓ, ਨਾ ਵਪਾਰ ਚਲਾਓ, ਆਰਾਮ ਨਾਲ ਬੈਠੇ ਰਹੋ। ਜਿੱਦਣ ਮਹੀਨੇ ਦੀ 30 ਤਰੀਕ ਹੋਵੇ, ਸਰਾਣਾ ਚੁੱਕ ਕੇ ਥੱਲੇ ਲੱਖ ਰੁਪਇਆ ਕੱਢ ਲਓ, ਕਿਉਂਕਿ ਲਿਖਿਆ ਹੋਇਆ ਨਾ। ਮੰਨੋ ਇਹਨੂੰ ਸੱਚ। ਜੇ ਤਾਂ 30 ਤਰੀਕ ਨੂੰ, ਹਰ 30 ਤਰੀਕ ਨੂੰ ਸਰਾਣੇ ਥੱਲੇ ਲੱਖ ਰੁਪਇਆ ਨਿਕਲ ਆਉਂਦਾ ਹੈ, ਫਿਰ ਤਾਂ ਇਹ ਚੀਜ਼ ਨੂੰ ਮੰਨ ਲਓ, ਕਿਉਂਕਿ ਲੱਖ ਰੁਪਇਆ ਨਿਕਲ ਰਿਹਾ ਪ੍ਰੈਕਟੀਕਲੀ। ਤੇ ਜੇ ਨਹੀਂ ਨਿਕਲਦਾ, ਕੰਮ ਕੀਤਿਆਂ ਨਿਕਲਣਾ ਹੈ, ਕੰਮ ਕੀਤਿਆਂ ਆਉਣਾ ਹੈ, ਤੇ ਫਿਰ ਕਿਸਮਤ ਨੂੰ ਰੱਦ ਕਰੋ। ਫਿਰ ਇਹ ਰਵਾਨੀ ਹੈ ਨਾ, ਫਿਰ ਗੱਲ ਕੱਚੀ ਹੈ। ਫਿਰ ਗੁਰੂ ਦੀ ਗੱਲ ਨੂੰ ਮੰਨੋ ਕਿ ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਫਿਰ ਗੁਰੂ ਨੇ ਕਿਰਤ ਕਿਹਾ ਨਾ, ਫਿਰ ਕਿਰਤ ਕਰੋ, ਕਿਰਤ ਕਰਕੇ ਭਾਵੇਂ 2 ਲੱਖ ਕਮਾ ਲਓ, ਲੱਖ ਕਮਾ ਲਓ। ਫਿਰ ਗੁਰੂ ਦੀ ਗੱਲ ਸੱਚੀ ਹੋਈ, ਫਿਰ ਕਿਸਮਤ ਸੱਚੀ ਨਾ ਹੋਈ। ਨਹੀਂ ਜੀ, ਫਿਰ ਅਸੀਂ ਹੋਰ 100 ਮਿਸਾਲਾਂ ਦੇਵਾਂਗੇ। ਦੇਖੋ, ਵਿਅਰਥ ਬੋਲ ਬੁਲਾ ਰਹੇ ਨੇ, ਪ੍ਰੈਕਟੀਕਲੀ ਕਰੋ ਚੀਜ਼ ਨੂੰ। ਜੇ ਪ੍ਰੈਕਟੀਕਲੀ ਪੂਰੀ ਉਤਰਦੀ ਹੈ ਤਾਂ ਤੇ ਫਿਰ ਠੀਕ ਹੈ, ਫਿਰ ਤੇ ਉਹ ਕਰ ਰਹੇ ਹੋ, ਫਿਰ ਤੇ ਕਰੀ ਜਾਓ। ਤੁਹਾਡੀ ਕਿਸਮਤ ਵਿੱਚ ਕੋਠੀ ਲਿਖੀ ਹੈ ਤੇ ਠੀਕ ਹੈ, ਤੰਬੂ ਤਾਣ ਕੇ ਬਹਿ ਜਾਓ, ਮਕਾਨ ਦਾ ਛੱਡ ਦੋ ਕਿਰਾਇਆ, ਤੰਬੂ ਤਾਣ ਲਓ ਕਿਤੇ। ਜਿਹੜੀ ਤਰੀਕ ਨੂੰ ਕੋਠੀ ਲਿਖੀ ਹੋਏਗੀ, ਤੰਬੂ ਰਾਤ ਨੂੰ ਉੱਡ ਜਾਏਗਾ, ਸਵੇਰੇ ਉੱਥੇ ਕੋਠੀ ਉਸਰ ਜਾਏਗੀ, ਕਿਉਂਕਿ ਲਿਖੀ ਹੈ। ਕੀ ਐਵੇਂ ਬਣੇਗੀ? ਨਹੀਂ ਨਾ। ਤਾਂ ਫਿਰ ਬੋਲਣ ਪੈ ਰਵਾਨੀ, ਫਿਰ ਐਵੇਂ ਗੱਲਾਂ ਨੇ ਨਾ ਵਿਅਰਥ ਦੀਆਂ। ਕੋਠੀ ਲਿਖੀ ਨਹੀਂ ਹੈਗੀ, ਕੋਠੀ ਬਣਾਉਣੀ ਪਵੇਗੀ, ਪਲਾਟ ਖਰੀਦਣਾ ਪਵੇਗਾ, ਮਿਹਨਤ ਕਰਨੀ ਹੋਵੇਗੀ, ਇੱਟਾਂ ਗਾਰੇ ਲਿਆਉਣੇ ਹੋਣਗੇ, ਤਾਂ ਹੀ ਹੈ ਨਾ। ਇਸ ਲਈ ਪ੍ਰੈਕਟੀਕਲੀ ਜਿਹੜੀ ਚੀਜ਼ ਪੂਰੀ ਨਹੀਂ ਉਤਰਦੀ, ਉਹ ਬਿਲਕੁਲ ਵਿਅਰਥ ਦੇ ਬੋਲ ਬੁਲਾਰੇ ਨੇ। ਜਿੰਨੇ ਮਰਜ਼ੀ ਕਹੇ ਨੇ, ਜਿਹਦੇ ਮਰਜ਼ੀ ਵੱਡੀ ਹਸਤੀ ਹੈ, ਉਹਦੇ ਨਾਲ ਕੋਈ ਫਰਕ ਨਹੀਂ। ਹੁਣ ਅਗਲਾ ਬਚਨ ਕਰਦੇ ਨੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਦਾ ਮਤਲਬ ਉਪਦੇਸ਼, ਫਿਲਾਸਫੀ, ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਗੁਰੂ ਦਾ ਗਿਆਨ। ਰਤਨ ਹੈ ਦਾ ਮਤਲਬ ਰਤਨ, ਕਿਉਂਕਿ ਦੁਨਿਆਵੀ ਮਿਸਾਲ ਲਈ ਹੈ, ਰਤਨ ਕੀਮਤੀ ਪਦਾਰਥ। ਤੇ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦਾ ਸ਼ਬਦ ਹੈ, ਜੋ ਗੁਰੂ ਦੀ ਬਾਣੀ ਹੈ, ਜੋ ਗੁਰੂ ਦੇ ਬੋਲ ਨੇ, ਜੋ ਗੁਰੂ ਦੇ ਸਿਧਾਂਤ ਨੇ, ਉਹ ਰਤਨਾ ਵਰਗੇ ਕੀਮਤੀ ਨੇ। ਕਿਉਂ ਨੇ ਕੀਮਤੀ? ਹੀਰੇ ਜਿੱਤ ਜੜਾਓ, ਉਹਦੇ ਅੰਦਰ ਹੀਰੇ ਜੜੇ ਹੋਏ ਨੇ। ਦੇਖੋ, ਪਹਿਲਾਂ ਤਾਂ ਰਤਨ ਕੀਮਤੀ, ਤੇ ਫਿਰ ਉਹਨੂੰ ਡਿਜ਼ਾਈਨ ਕਰਨ ਵਾਸਤੇ ਵਿੱਚ ਹੀਰੇ ਜੜੇ ਹੋਣ, ਹੀਰੇ ਜੜੇ ਹੋਏ ਨੇ। ਗੁਰੂ ਦਾ ਸ਼ਬਦ ਸੱਚ ਹੈ, ਅਟਲ ਸੱਚਾਈ ਹੈ, ਤੇ ਉਹਨਾਂ ਹੀਰਿਆਂ ਦੇ, ਉਸ ਰਤਨ ਦੇ ਅੰਦਰ ਸ਼ੁਭ ਗੁਣ ਜੁੜੇ ਹੋਏ ਨੇ, ਰੱਬ ਦੇ ਗੁਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ ਇਨਸਾਨੀਅਤ ਮਨੁੱਖਤਾ, ਇਹ ਗੁਰੂ ਦੇ ਸ਼ਬਦ ਦੇ ਅੰਦਰ ਜੜੇ ਹੋਏ ਨੇ। ਕਿੰਨਾ ਕੀਮਤੀ ਹੈ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਰਤਨ ਵਰਗਾ ਕੀਮਤੀ। ਜੇ ਇਹਨੂੰ ਅਪਣਾ ਲਓਗੇ ਤਾਂ ਤੁਸੀਂ ਰਤਨਾ ਵਰਗੇ ਕੀਮਤੀ ਹੋ ਜਾਓਗੇ। ਤੇ ਇਹਦੇ ਵਿੱਚ ਹੀਰੇ ਕਿਹੜੇ ਜੜੇ ਨੇ? ਹੁਣ ਜੇ ਅਸੀਂ ਪਰਿਵਾਰ ਦੀ ਗੱਲ ਕਰੀਏ, ਪਤੀ ਪਤਨੀ ਹੀਰਿਆਂ ਦੇ ਹਾਰ ਬਣਾਉਣ ਦੀ ਬਜਾਏ, ਮਟਰ ਮਾਲਾ ਪਾਉਣ ਦੀ ਬਜਾਏ, ਜੇ ਆ ਗੁਰੂ ਦੇ ਸ਼ਬਦ ਦਾ ਹਾਰ ਪਾ ਲੈਣ ਜਿਹਦੇ ਵਿੱਚ ਹੀਰੇ ਜੜੇ ਨੇ, ਕਿ ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਪਤੀ ਪਤਨੀ ਉਹਨੂੰ ਨਹੀਂ ਕਿਹਾ ਜਾਂਦਾ ਜਿਹੜੇ ਇੱਕ ਸਟੇਜ ਤੇ ਇਕੱਠੇ ਹੋ ਜਾਣ। ਪਤੀ ਪਤਨੀ ਅਸਲ ਵਿੱਚ ਉਹਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਜੋਤ ਇੱਕ ਹੋਵੇ, ਵੇਖਣ ਨੂੰ ਦੋ ਹੋਣ। ਜੋਤ ਦਾ ਮਤਲਬ ਵਿਚਾਰਧਾਰਾ, ਸੋਚ। ਉਹਨਾਂ ਦੀ ਸੋਚ ਇੱਕ ਹੋਵੇ, ਵੇਖਣ ਨੂੰ ਦੋ ਹੋਣ। ਇੱਕ ਜਿੰਦ ਜਾਨ, ਇੱਕ ਸੋਚ। ਹੁਣ ਜੇ ਪਤੀ ਪਤਨੀ ਦੀ ਸੋਚ ਇੱਕ ਹੋ ਜਾਏ ਤੇ ਉਹਨਾਂ ਦੀ ਜ਼ਿੰਦਗੀ ਕਿੰਨੀ ਸੁਹਾਵਣੀ ਹੋ ਜਾਏਗੀ। ਰੱਬ ਵਰਗੇ ਹੋ ਗਏ ਦੋਨੋਂ।
किन्नी सुहावनी सोच हो जाएगी। यह है गुरु का शब्द रतन। ਇਹਦੇ अंदर पति पत्नी वास्ते जो सिद्धांत दिता है वो जड़िया होया है हीरा। प्यो पुत्रां वास्ते मापियां वास्ते की चीज है जे असी गुरबाणी दे हीरे नूं मन्नीए। पूत काहे झगरत हो संग बाप, जिनके जने वडीरे तुम हो तिनसों झगरत पाप। देखो गुरु पातशाह जी की पावन बाणी की बच्चिओ मापियां दे नाल झगड़ा ना करो। जिन्हां मापियां ने तुहानूं जन्म दिता, जम्मिया, पालिया, पोषिया, वड्डिया कीता, उन्हां दे नाल झगड़ा करना, उन्हां नूं दुख देना पाप है। तां गुरु की बाणी सच्ची है ना। ते जिहड़े बाबे अपने मापियां नूं छड्ड के चले गए, हुण इह गल इत्थे पूरी नहीं ना उतरदी। तां जे इस हीरे नूं मन्निया हुंदा तां मापियां दा ते बच्चियां दा संबंध किन्ना सोहना होना सी। ते मापियां वास्ते पूता माता की आसीस, निमक ना बिसरो तुमको हर हर, सदा भजो जगदीश, सतगुर तुमको होए दयाला। जे इन्हां चीजां नूं फॉलो कीता हुंदा तां परिवार किन्ना चंगा होना सी। एक पिता एकस के हम बारिका, पूरे समाज दे अंदर एक भाईचारक समाज होना सी। इसे करके गुरु जी कहंदे ने गुर का शब्द रतन है, हीरे जित जड़ाओ। कि प्यारिओ जो गुरु दा शब्द उपदेश है रत्ना वर्गा कीमती है। ਇਹਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੇ, ਪ੍ਰਭੂ ਦੇ ਗੁਣ ਦੇ ਹੀਰੇ ਜੜੇ ਹੋਏ ਨੇ। ਤੁਹਾਡੀ ਮਾਨਸਿਕਤਾ, ਤੁਹਾਡੀ ਸੋਚ ਦੇ ਅੰਦਰ ਇਹ ਸ਼ੁਭ ਗੁਣਾਂ ਦੇ ਹੀਰੇ ਚਲੇ ਜਾਣ। ਪ੍ਰਭੂ ਦਾ ਜਿਹੜਾ ਸੱਚ ਹੈ, ਉਹਦੀ ਸਿਫਤ ਸਲਾਹ ਹੈ, ਉਹਦਾ ਹੁਕਮ ਹੈ, ਹੀਰਿਆਂ ਵਰਗਾ ਕੀਮਤੀ ਹੈ, ਉਸ ਸਿਸਟਮ ਨੂੰ ਅਪਣਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੁਆ ਸਮਾਓ। ਸ਼ਬਦ ਰਤਨ ਜਿਤ ਮਨ ਲਾਗਾ, ਜਿਤ ਦਾ ਮਤਲਬ ਜਿਸ ਵਿੱਚ शब्द एक ऐसा कीमती रतन है जिसका मन इस शब्द दे विच लग गया, जिन्हें अपनी सोच नूं इस शब्द नाल जोड़ लिया, जिन्हें इनू अपना जीवन बना लिया कि मैं शब्द मुताबिक जिंदगी जीनी है। शब्द मीन्स फिलोसफी, विचारधारा, वे ऑफ लाइफ। गुरु दे दिते वे ऑफ लाइफ दे अंदर जिसका मन लग गया, गुरु दे उपदेश विच, ਉਹ ਉਪਦੇਸ਼ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੁਕੰਮਲ ਸਾਡੇ ਜੀਵਨ ਦੀ ਜਿਹੜੀ ਸ਼ਖਸੀਅਤ ਹੈ ਉਹ ਗੁਰੂ ਉਪਦੇਸ਼ ਮੁਤਾਬਕ ਜੇ ਢਲ ਜਾਏ, ਜੇ ਸਾਡਾ ਮਨ ਲੱਗ ਜਾਏ, ਸਾਡਾ ਇਹਦੇ ਨਾਲ ਪਿਆਰ ਬਣ ਜਾਏ, ਤਾਂ ਫਿਰ ਕੀ ਹੋਏਗਾ? ਜਿਹਦਾ ਮਨ ਲੱਗ ਜਾਂਦਾ ਹੈ, ਇਹ ਹੋਆ ਸਮਾਓ। ਸਮਾਓ ਦਾ ਮਤਲਬ ਹੈ ਲੀਨਤਾ। ਉਹ ਬੰਦਾ ਫਿਰ ਰੱਬ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਰੱਬ ਨਾਲੋਂ ਵੱਖਰਾ ਨਹੀਂ ਰਹਿੰਦਾ। ਜਿਵੇਂ ਇੱਕ ਨਿੱਕੀ ਜੀ ਬੂੰਦ ਸਮੁੰਦਰ ਦੇ ਅੰਦਰ ਸਮਾ ਕੇ ਸਮੁੰਦਰ ਬਣ ਜਾਂਦੀ ਹੈ ਨਾ, ਇਸੇ ਤਰ੍ਹਾਂ ਉਸ ਮਨੁੱਖ ਦੀ ਨਿੱਕੀ ਜੀ ਸੋਚ ਵਿਸ਼ਾਲ ਸੋਚ ਦੇ ਅੰਦਰ ਸਮਾ ਕੇ ਵਿਸ਼ਾਲ ਹੋ ਜਾਂਦੀ। ਇਸੇ ਤਰ੍ਹਾਂ ਉਹ ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ। ਹਾਂਜੀ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਜਿਨ੍ਹਾਂ ਦਾ ਸ਼ਬਦ ਦੇ ਵਿੱਚ ਮਨ ਲੱਗ ਜਾਂਦਾ ਹੈ ਨਾ, ਉਹਨਾਂ ਵਾਸਤੇ ਗੁਰੂ ਜੀ ਕਹਿੰਦੇ ਨੇ ਇਹ ਹੋਆ ਸਮਾਓ, ਕਿ ਉਹਨਾਂ ਦੀ ਸ਼ਬਦ ਦੇ ਵਿੱਚ ਫਿਰ ਸਮਾਈ ਹੋ ਜਾਂਦੀ ਹੈ, ਉਹਦੇ ਅੰਦਰ ਉਹ ਲੀਨ ਹੋ ਜਾਂਦੇ ਨੇ, ਉਸੇ ਦਾ ਰੂਪ ਹੋ ਜਾਂਦੇ ਨੇ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ। ਜਿਨ੍ਹਾਂ ਦਾ ਗੁਰੂ ਉਪਦੇਸ਼ ਦੇ ਨਾਲ ਮਨ ਮਿਲ ਜਾਂਦਾ ਹੈ, ਉਹਨਾਂ ਦੀ ਫਿਰ ਨਿਸ਼ਾਨੀ ਇਹ ਹੈ ਕਿ ਸੱਚੇ ਲਾਇਆ ਭਾਉ ਦਾ ਮਤਲਬ ਸੱਚੇ ਰੱਬ ਨੇ ਉਹਨਾਂ ਦੇ ਅੰਦਰ ਪ੍ਰੀਤ ਬਣਾ ਦਿੱਤੀ। ਉਹਨਾਂ ਦੀ ਫਿਰ ਪ੍ਰਭੂ ਦੇ ਨਾਲ, ਰੱਬੀ ਗੁਣਾਂ ਦੇ ਨਾਲ, ਸੱਚ ਦੇ ਨਾਲ ਪਿਆਰ ਬਣ ਜਾਂਦਾ ਹੈ, ਪ੍ਰੀਤ ਬਣ ਜਾਂਦੀ ਹੈ। ਔਰ ਜਿਸ ਚੀਜ਼ ਦੇ ਨਾਲ ਪ੍ਰੀਤ ਹੋਵੇ, ਪਿਆਰ ਹੋਵੇ, ਉਹਦੇ ਨਾਲ ਉਹ ਬੰਦਾ ਕਦੇ ਵੀ ਵਿਛੜਦਾ ਨਹੀਂ ਹੈ, ਉਹਦੇ ਤੋਂ ਉਲਟ ਕੁਝ ਵੀ ਨਹੀਂ ਕਰਦਾ। ਫਾਰ ਐਗਜ਼ਾਮਪਲ, ਮੇਰਾ ਤੁਹਾਡੇ ਨਾਲ ਪ੍ਰੇਮ ਹੈ, ਆਪਣੀ ਕਿਸੇ ਭੈਣ ਨਾਲ, ਵੀਰ ਨਾਲ, ਯਾਰ ਦੋਸਤ ਨਾਲ, ਜਾਂ ਸੱਜਣ ਮਿੱਤਰ ਨਾਲ, ਰਿਸ਼ਤੇਦਾਰ ਨਾਲ, ਜਿਹਦੇ ਨਾਲ ਵੀ ਮੇਰਾ ਪਿਆਰ ਹੋਏਗਾ, ਮੈਂ ਉਹਦੇ ਉਲਟ ਨਹੀਂ ਚੱਲਾਂਗਾ, ਉਹਦੇ ਅੱਗੇ ਮੈਂ ਆਤਮ ਸਮਰਪਣ ਕਰਾਂਗਾ। ਉਹਦੇ ਨਾਲ ਜਿਹੜਾ ਮੇਰਾ ਵਿਹਾਰ ਹੈ ਉਹ ਪਾਰਦਰਸ਼ੀ ਹੋਏਗਾ, ਔਰ ਉਹਦੇ ਵਾਸਤੇ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਇਸ ਲਈ ਜਿਹਦਾ ਮਨ ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਜਾਏਗਾ, ਉਹ ਗੁਰੂ ਸ਼ਬਦ ਉਪਦੇਸ਼ ਤੋਂ ਉਲਟ ਕੁਝ ਨਹੀਂ ਕਰੇਗਾ।
और गुरु शब्द वास्ते सच वास्ते हर कुर्बानी करन वास्ते त्याग करन लई भी ਤਿਆਰ ਹੋਏਗਾ। ਜਿਵੇਂ ਅਸੀਂ ਪੜ੍ਹਦੇ ਹਾਂ ਸਿੱਖ ਇਤਿਹਾਸ ਕਿੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ, ਉਹ ਕੁਰਬਾਨੀ ਕਰਨ ਲਈ ਵੀ ਹਰ ਵਕਤ ਤਿਆਰ ਹੋਏਗਾ ਔਰ ਉਸੇ ਦੇ ਵਿੱਚ ਹੀ ਉਹ ਸਦਾ ਵਾਸਤੇ ਲੀਨ ਹੋ ਜਾਏਗਾ, ਉਹਦੇ ਅੰਦਰ ਉਸ ਚੀਜ਼ ਦੀ ਪ੍ਰੀਤ ਬਣ ਜਾਏਗੀ ਤੇ ਨਾਲ ਫਿਰ ਉਹਦਾ ਜੀਵਨ ਜਿਹੜਾ ਹੈ ਉਹ ਪਾਰਦਰਸ਼ੀ ਹੋਏਗਾ। ਗੁਰੂ ਪਿਆਰ ਨਾਲ, ਗੁਰੂ ਸ਼ਬਦ ਨਾਲ ਪਿਆਰ ਕਰਨ ਵਾਲਾ ਨਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੋਏਗਾ। ਪਾਰਦਰਸ਼ੀ ਜ਼ਿੰਦਗੀ, ਕੁਛ ਲੁਕਾ ਛਿਪਾ ਨਹੀਂ ਹੋਏਗਾ। ਉਹ ਕੁਛ ਐਸੇ ਕਰਮ ਨਹੀਂ ਕਰੇਗਾ ਜਿਹਨੇ ਛਿਪਾਣੇ ਪੈਣ, ਜਿਹੜੇ ਲੁਕਾਣੇ ਪੈਣ ਧੀਆਂ ਤੋਂ, ਭੈਣਾਂ ਤੋਂ, ਪੁੱਤਰਾਂ ਤੋਂ ਜਾਂ ਸਮਾਜ ਤੋਂ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਸਾਨੂੰ ਕਰਕੇ ਸਮਝਾ ਰਹੇ ਨੇ, ਅਖੀਰਲਾ ਬਚਨ ਹੈ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਫਿਰ ਜਿਸ ਨੂੰ ਗੁਰੂ ਗਿਆਨ ਰਾਹੀਂ ਸਮਝ ਆ ਜਾਂਦੀ ਨਾ, ਤਾਂ ਉਹਨੂੰ ਸਮਝ ਪੈ ਜਾਂਦੀ ਵੀ ਰੱਬ ਹੀਰਾ ਵੀ ਆਪ ਹੈ ਤੇ ਰਤਨ ਵੀ ਆਪ ਨੇ। ਯਾਨੀ ਉਹਦੇ ਜਿਹੜੇ ਗੁਣ ਨੇ, ਉਹ ਹੀਰਾ ਹੈ, ਉਹ ਰਤਨ ਹੈ, ਔਰ ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਉਹ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਮੈਂ ਵੀ ਉਸ ਰੱਬ ਦਾ ਰੂਪ ਹਾਂ, ਬਾਕੀ ਦੇ ਲੋਕ ਵੀ ਉਸ ਪ੍ਰਭੂ ਦਾ ਰੂਪ ਨੇ। ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਇਹ ਸੰਭਾਵਨਾ, ਇਹ ਪੋਸੀਬਿਲਿਟੀ ਸਾਰਿਆਂ ਦੇ ਵਿੱਚ ਹੈ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਬਾਕੀ ਲੋਕਾਂ ਵਿੱਚ ਵੀ ਹੈ। ਜਿਹੜਾ ਵੀ ਇਨਸਾਨ ਐਸਾ ਹੋਣਾ ਚਾਹੁੰਦਾ ਹੈ ਉਹ ਹੋ ਸਕਦਾ ਹੈ। ਯੂਨੀਵਰਸਲ ਟਰੁੱਥ ਦੇ ਉੱਤੇ ਜੀਣ ਵਾਲਾ ਜਿਹੜਾ ਜੀਵਨ ਹੈ ਨਾ, ਬੇਸ ਤੇ ਮੈਂ ਵੀ ਜੀ ਸਕਣਾ, ਤੁਸੀਂ ਵੀ ਜੀ ਸਕਦੇ ਹੋ, ਹੋਰ ਵੀ ਕੋਈ ਜੀ ਸਕਦਾ ਹੈ, ਪਰ ਜੀਵੇਗਾ ਉਹ ਜਿਹੜਾ ਗੋਲ ਬਣਾਏਗਾ, ਜੀ ਸਕਦਾ ਹੈ, ਕਿਉਂਕਿ ਗੁਰੂ ਸਾਰਿਆਂ ਤੇ ਰਹਿਮਤ ਕਰਦਾ ਹੈ, ਗੁਰੂ ਸਾਰਿਆਂ ਨੂੰ ਗਿਆਨ ਦਿੰਦਾ ਹੈ, ਰੱਬ ਸਾਰਿਆਂ ਦੇ ਅੰਦਰ ਹੈ, ਸਭ ਵਾਸਤੇ ਇੱਕੋ ਹੀ ਸਿਸਟਮ ਹੈ। ਜਿਹੜਾ ਇਸ ਸਿਸਟਮ ਨੂੰ ਫੋਲੋ ਕਰੇਗਾ ਉਹ ਕਰ ਸਕਦਾ ਹੈ, ਉਹਦੇ ਅੰਦਰ ਇਹ ਪੋਸੀਬਿਲਿਟੀ ਅੰਦਰ ਮੌਜੂਦ ਹੈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਗੁਰੂ ਦਾ ਸ਼ਬਦ ਹੈ ਨਾ, ਗੁਰੂ ਦਾ ਉਪਦੇਸ਼, ਗੁਰੂ ਦਾ ਸੱਚਾ ਗਿਆਨ, ਗੁਰੂ ਦੀ ਸੱਚੀ ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਇਹ ਹੀਰਾ ਹੈ, ਇਹ ਰਤਨ ਹੈ, ਇਹ ਬਹੁਤ ਕੀਮਤੀ ਹੈ। ਜਿਵੇਂ ਤੁਸੀਂ ਕੀਮਤੀ ਚੀਜ਼ਾਂ ਨੂੰ ਖਰੀਦਣਾ ਚਾਹੁੰਦੇ ਹੋ, ਕੀਮਤੀ ਕੁਆਲਿਟੀ ਵਾਲੀ ਚੀਜ਼ ਖਰੀਦ ਕੇ ਫਿਰ ਤੁਸੀਂ ਮਾਣ ਮਹਿਸੂਸ ਕਰਦੇ ਹੋ, ਦੂਜੇ ਲੋਕਾਂ ਨੂੰ ਵਿਖਾਉਂਦੇ ਹੋ ਕਿ ਮੈਂ ਮਰਸਡੀਜ਼ ਕਾਰ ਲਈ ਹੈ, ਮੈਂ ਆਈਫੋਨ ਲਿਆ ਹੈ, ਮੈਂ ਚੰਗੀ ਕੋਠੀ ਬਣਾਈ ਹੈ, ਬੜੇ ਚੰਗੇ ਇਲਾਕੇ ਵਿੱਚ ਮਕਾਨ ਹੈ, ਮੇਰੀ ਚੰਗੀ ਫੈਕਟਰੀ ਹੈ, ਮੇਰੇ ਬੱਚੇ ਬੜੇ ਚੰਗੇ ਨੇ, ਜਾਂ ਕੁਛ ਵੀ ਮਾਣ ਮਹਿਸੂਸ ਕਰਦਾ ਨਾ ਬੰਦਾ ਹਰ ਚੀਜ਼ ਤੇ, ਦੂਜਿਆਂ ਨੂੰ ਦੱਸਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਗੁਰੂ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ, ਇਹ ਇੱਕ ਰਤਨ ਦੀ ਤਰ੍ਹਾਂ ਹੈ। ਜਿਵੇਂ ਦੁਨਿਆਵੀ ਕੀਮਤੀ ਚੀਜ਼ਾਂ ਖਰੀਦ ਕੇ ਮਾਣ ਮਹਿਸੂਸ ਕਰਦੇ ਹੋ, ਐਵੇਂ ਇਹਦੇ ਤੇ ਮਾਣ ਮਹਿਸੂਸ ਕਰੋ। ਐਵੇਂ ਇਸ ਗੁਰ ਉਪਦੇਸ਼ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੀਵਨ ਵਾਸਤੇ ਯਤਨ ਕਰੋ, ਜੀਵਨ ਦਾ ਢੰਗ ਕਰੋ, ਜੀਵਨ ਵਾਸਤੇ ਟਰਾਈ ਕਰੋ। ਫਿਰ ਇਹਨੂੰ ਜੀ ਕੇ ਮਾਣ ਵੀ ਕਰੋ। ਮਾਣ ਹੋਏਗਾ ਨਾ ਆਟੋਮੈਟਿਕਲੀ ਸੱਚ ਦੇ ਉੱਤੇ, ਤੇ ਫਿਰ ਇਹ ਚੀਜ਼ ਨੂੰ ਅੱਗੇ ਵੀ ਲੋਕਾਂ ਨੂੰ ਦੱਸੋ ਕਿ ਗੁਰੂ ਦਾ ਸ਼ਬਦ ਬੜਾ ਕੀਮਤੀ ਹੈ। ਜਿਸ ਦਿਨ ਦੀ ਮੈਂ ਗੁਰਮਤ ਅਨੁਸਾਰ ਜ਼ਿੰਦਗੀ ਸ਼ੁਰੂ ਕੀਤੀ ਹੈ, ਮੇਰਾ ਜੀਵਨ ਬੜਾ ਸੋਹਣਾ ਬਣ ਗਿਆ। ਮੇਰੇ ਜੀਵਨ ਦੇ ਵਿੱਚ ਕੋਈ ਕਲੇਸ਼ ਨਹੀਂ ਰਿਹਾ, ਸਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਆ ਗਈ ਹੈ, ਮੇਰੀ ਸੋਚ ਬੜੀ ਮਹਾਨ ਹੋ ਗਈ ਹੈ, ਔਰ ਮੈਂ ਇਸ ਸੋਚ ਮੁਤਾਬਕ ਜ਼ਿੰਦਗੀ ਜੀ ਰਿਹਾ ਹਾਂ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ, ਮੇਰੇ ਜੀਵਨ ਦੇ ਅੰਦਰ ਬੜੀ ਸਾਰਥਕਤਾ ਆ ਗਈ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਮਾਣ ਮਹਿਸੂਸ ਕਰੋ, ਤਾਂ ਹੀ ਤੁਹਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕਦਾ ਹੈ, ਔਰ ਐਸੀ ਜ਼ਿੰਦਗੀ ਜਿਹੜੀ ਹੈ ਉਹ ਜੀਵੀ ਜਾ ਸਕਦੀ ਹੈ। ਇਹਦੇ ਤੇ ਮਾਣ ਕਰੋ, ਮਹਿਸੂਸ ਕਰੋ ਇਹਨਾਂ ਚੀਜ਼ਾਂ ਨੂੰ, ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੋ, ਔਰ ਐਸਾ ਜ਼ਿੰਦਗੀ ਜੀ ਸਕਦੀ ਹੈ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ ਇੱਕ ਰਤਨ ਦੀ ਤਰ੍ਹਾਂ ਹੈ, ਇਹਦੇ ਅੰਦਰ ਬੜੇ ਕੀਮਤੀ ਹੀਰੇ ਜੜੇ ਹੋਏ ਨੇ, ਬੜੇ ਵਿਚਾਰ ਚੰਗੇ ਜੜੇ ਹੋਏ ਨੇ। ਇਹਦੇ ਰਾਹੀਂ ਤੁਸੀਂ ਬਹੁਤ ਵੱਡੀ ਤਰੱਕੀ ਕਰ ਸਕਦੇ ਹੋ, ਉੱਚਤਾ ਤੱਕ ਪਹੁੰਚ ਸਕਦੇ ਹੋ, ਜੀਵਨ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋ ਸਕਦੇ ਹੋ। ਚਾਹੇ ਤੁਸੀਂ ਸਟੂਡੈਂਟ ਹੋ, ਤੁਸੀਂ ਟੀਚਰ ਹੋ, ਤੁਸੀਂ ਇੰਜੀਨੀਅਰ ਹੋ, ਵਿਗਿਆਨਿਕ ਹੋ, ਮਨੋਵਿਗਿਆਨਿਕ ਹੋ, ਰਾਜਨੇਤਾ ਹੋ, ਜਾਂ ਆਮ ਜ਼ਿੰਦਗੀ ਜੀ ਰਹੇ ਹੋ, ਤੁਸੀਂ ਆਤਮਿਕ ਜ਼ਿੰਦਗੀ ਜੀ ਸਕਦੇ ਹੋ, ਉੱਚਤਾ ਹਾਸਲ ਕਰ ਸਕਦੇ ਹੋ, ਰੱਬ ਵਰਗੇ ਹੋ ਕੇ ਜੀ ਸਕਦੇ ਹੋ। ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਨੂੰ ਅਪਣਾਉਣ ਦੀ ਲੋੜ ਹੈ ਭਾਈ।
ਅਸੀਂ ਗੁਰਬਾਣੀ ਦੇ ਸਿਧਾਂਤਾਂ ਨੂੰ ਆਪ ਸਮਝੀਏ, ਵਾਹਿਗੁਰੂ ਗੁਰਬਾਣੀ ਨੂੰ ਅਸੀਂ ਆਪ ਪੜ੍ਹੀਏ ਔਰ ਗੁਰਬਾਣੀ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਸੱਚੀ ਬਾਣੀ ਗਾਵੀਏ ਔਰ ਇਹ ਸਮਝ ਲਵੀਏ ਕਿ ਜੋ ਚੀਜ਼ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੀ ਉਤਰਦੀ ਹੈ ਉਹ ਚੀਜ਼ ਸੱਚ ਹੈ, ਬਾਕੀ ਬੋਲਣ ਪੈ ਰਵਾਨੀ ਵਾਲੀ ਗੱਲ ਹੈ। ਇਸ ਲਈ ਗੁਰੂ ਦੀ ਸੱਚੀ ਬਾਣੀ ਦੇ ਨਾਲ ਜੁੜੀਏ, ਜੋ ਕੱਚੀ ਪਿੱਲੀਆਂ ਗੱਲਾਂ ਨੇ, ਕੱਚੀ ਪਿੱਲੀ ਬਾਣੀ ਹੈ, ਉਹਨੂੰ ਛੱਡ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ।